ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇਖ ਰਹੇ ਸਭ ਦਰਸ਼ਕ ਹਾਜ਼ਰੀਨ ਤੇ ਨਾਜ਼ਰੀਨ, ਵੈਲਕਮ, ਸਵਾਗਤਮ, ਖੁਸ਼ ਆਮਦੀਦ। ਜੀ ਆਇਆਂ ਨੂੰ, ਸਦਕੇ ਆਇਆਂ ਨੂੰ, ਮਹਿਵਾਰੀ ਮੈਂ ਬਲਿਹਾਰ। ਸਾਲ 2022 ਜੂਨ ਮਹੀਨੇ ਦੀ 17 ਤਰੀਕ ਤੇ ਦੇਸੀ ਮਹੀਨਾ ਹਾੜ ਅੱਜ ਸੁੱਖ ਨਾਲ 3 ਦਿਨ ਚਲਾ ਗਿਆ ਹੈ। ਪਰਸੋਂ ਸੰਗਰਾਂਦ ਸੀ। ਅਰਦਾਸ ਕਰਦੇ ਹਾਂ ਇਹ ਮਹੀਨਾ ਸਾਰਿਆਂ ਵਾਸਤੇ ਸੁੱਖਾਂ ਦਾ ਹੋਵੇ, ਖੁਸ਼ੀਆਂ ਦਾ ਹੋਵੇ। ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਲੈ ਕੇ ਹਾਜ਼ਰ ਤੁਹਾਡਾ ਪ੍ਰੈਜ਼ੈਂਟਰ ਦੋਸਤ ਮਾਸਟਰ ਵਰਿੰਦਰ ਸਿੰਘ ਜ਼ਖਮੀ। ਕੋਈ ਨਹੀਂ ਇੱਥੇ ਘੁੱਗੀ ਬੋਲਦੀ, ਨਾ ਹੀ ਬਨੇਰੇ ਤੇ ਬੋਲੇ ਕਾਂ। ਭੈਣ ਭਰਾ ਰਿਸ਼ਤੇਦਾਰ ਇੰਡੀਆ ਕਿਧਰੇ ਨਜ਼ਰ ਨਾ ਆਵੇ ਮਾਂ। ਕੋਈ ਪੁਰਾ ਨਾ ਇੱਥੇ ਵਗਦਾ, ਨਾ ਦਿਸੇ ਕਿਤੇ ਬੋਰਡ ਦੀ ਛਾਂ। ਤਾਂ ਵੀ ਜ਼ਖਮੀ ਇਹੀ ਕਹਿੰਦਾ, ਅਸੀਂ ਇੰਗਲੈਂਡ ਰਹਿੰਦੇ ਹਾਂ। ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰਣੀ ਨਮਸਕਾਰ, ਸਲਾਮ ਆਦਾਬ ਐਂਡ ਅ ਵੈਰੀ ਗੁੱਡ ਫਰਾਈਡੇ ਮਾਰਨਿੰਗ ਟੂ ਐਵਰੀ ਵਨ ਆਫ ਯੂ। ਸਤਲੁਜ, ਬਿਆਸ, ਰਾਵੀ, ਚਿਨਾਹ ਤੇ ਝੇਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ, ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਸਿੱਖ ਚੈਨਲ ਤੇ ਜੀ ਆਇਆਂ ਕਹਿੰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਆਓ ਫਿਰ ਆਪਣਾ ਪਰਿਵਾਰਿਕ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਸ਼ੁਰੂ ਕਰੀਏ। ਮੇਰੇ ਸੰਗੀ ਬੀਬੀ ਸੁਰਿੰਦਰ ਕੌਰ ਜੀ ਗਿੱਲ ਅਤੇ ਟੈਕਨੀਕਲ ਟੀਮ ਵੱਲੋਂ ਸੁਣਵੀਰ ਕੁਮਾਰ ਕਾਰਤਿਕ ਸਾਹਿਬ ਸਾਡੇ ਨਾਲ ਹਾਜ਼ਰ ਹਨ, ਮੌਜੂਦ ਹਨ। ਫਤਿਹ ਦੀ ਸਾਂਝ ਦੇ ਨਾਲ ਅਸੀਂ ਸਾਰੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਆਓ ਫਿਰ ਅੱਜ ਦਾ ਪਰਿਵਾਰਿਕ ਪ੍ਰੋਗਰਾਮ ਸ਼ੁਰੂ ਕਰੀਏ। ਸਿੱਖ ਚੈਨਲ ਦਾ ਤੇ ਸਾਰੀ ਸ਼ਾਨਦਾਰ ਟੀਮ ਦਾ ਬੇਹੱਦ ਸ਼ੁਕਰੀਆ, ਬੜੀ ਮਿਹਰਬਾਨੀ ਜੋ ਸਾਰੀ ਦੁਨੀਆ ਦੇ ਪੰਜਾਬੀਆਂ ਦੇ ਵਾਸਤੇ ਸੋਹਣੇ ਸੋਹਣੇ ਪ੍ਰੋਗਰਾਮ, ਸ਼ਾਨਦਾਰ ਪ੍ਰੋਗਰਾਮ ਪੇਸ਼ ਕਰਦੇ ਰਹਿੰਦੇ ਹਨ। ਕੌਣ ਗਿਣੇ ਸੂਰਜ ਦੀਆਂ ਕਿਰਨਾਂ, ਕਿੰਨੇ ਫੁੱਲ ਸ਼ਬਨਮ ਨੇ ਧੋਤੇ। ਗਿਣੀਆਂ ਜਾਣ ਨਾ ਬਾਰਿਸ਼ ਬੂੰਦਾਂ, ਕਿੰਨੇ ਫੁੱਲ ਬਸੰਤ ਪਰੋਤੇ। ਗੰਗਾ ਲਹਿਰਾਂ ਗਿਣਦਿਆਂ ਗਿਣਦਿਆਂ ਉੱਡ ਗਏ ਹੱਥਾਂ ਦੇ ਤੋਤੇ। ਤੂੰ ਹੀ ਦੱਸ ਤਾਂ ਜ਼ਖਮੀ ਪਿਆਰੇ, ਸਿੱਖ ਚੈਨਲ ਦੇ ਕਿੰਨੇ ਸਰੋਤੇ। ਅੱਜ ਦਾ ਟੌਪਿਕ, ਅੱਜ ਦਾ ਸਬਜੈਕਟ, ਮਜ਼ਮੂਨ ਵਿਸ਼ਾ ਹੈ ਇੰਡੀਆ ਦੇ ਵਿੱਚ ਭਗਤੀ ਲਹਿਰ ਦੇ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਅੱਜ 624ਵਾਂ ਪਾਵਨ ਪਵਿੱਤਰ ਜਨਮ ਦਿਹਾੜਾ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਦੁਨੀਆ ਦੇ 116 ਮੁਲਕਾਂ ਦੇ ਵਿੱਚ ਗੁਰਦੁਆਰੇ ਹਨ ਔਰ ਦੁਨੀਆ ਦੇ 116 ਮੁਲਕਾਂ ਤੋਂ ਵੱਧ ਮੁਲਕਾਂ ਦੇ ਵਿੱਚ ਸਿੱਖ ਰਹਿੰਦੇ ਹਨ। ਮੈਨੂੰ ਚੰਗੀ ਤਰ੍ਹਾਂ ਪਤਾ ਕਿ ਉਹ ਬਹੁਤ ਸਾਰੇ ਮੁਲਕ ਹਨ ਜਿੱਥੇ ਸਿੱਖ ਤਾਂ ਹਨ ਪਰ ਅਜੇ ਗੁਰਦੁਆਰਾ ਸਾਹਿਬ ਨਹੀਂ ਬਣਿਆ। ਸਭ ਤੋਂ ਵਧੀਆ ਮਿਸਾਲ ਮੈਂ ਖੁਦ ਆਪ ਹਾਂ। ਲੈਬਨਾਨ ਦੇ ਵਿੱਚ ਪਹਿਲੇ 3 ਸਾਲ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ। 3 ਸਾਲ ਤੋਂ ਬਾਅਦ ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਏ ਔਰ ਜਿਹੜੇ ਦਰਸ਼ਨ ਕਰਨ ਆਏ ਉਹ ਕਹਿਣ ਲੱਗੇ, ਮੈਂ ਤਾਂ 6 ਸਾਲ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਿਹਾ। ਕਿਸੇ ਨੇ ਤਰਪੋਲੀ ਤੋਂ ਆ ਕੇ ਕਿਹਾ, ਜੀ ਮੈਨੂੰ ਤਾਂ 9 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਸੀਬ ਹੋਏ ਹਨ। ਖੈਰ, ਕਬੀਰ ਸਾਹਿਬ ਜੀ ਦਾ, ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਅੱਜ ਆਪਾਂ ਸਾਰੇ ਮਿਲ ਕੇ ਵੌਇਸ ਆਫ ਯਾਰਕਸ਼ਾਇਰ ਵੱਲੋਂ ਸਿੱਖ ਚੈਨਲ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਜਨਮ ਦਿਨ, ਉਹਨਾਂ ਦਾ ਜਨਮ ਦਿਹਾੜਾ ਮਨਾਵਾਂਗੇ। ਮੈਂ ਵਧਾਈਆਂ ਦੇਣ ਦੇ ਨਾਲ ਨਾਲ ਲੱਖ ਲੱਖ ਵਧਾਈਆਂ ਅਤੇ ਕਰੋੜ ਕਰੋੜ ਮੁਬਾਰਕਾਂ ਸਿੱਖ ਚੈਨਲ ਦੀ ਸਾਰੀ ਟੀਮ ਵੱਲੋਂ ਸਾਰੇ ਦਰਸ਼ਕਾਂ ਨੂੰ। ਇਹ ਗੱਲ ਦੱਸਦੇ ਜਾਵਾਂ, ਸਪੈਸ਼ਲ ਨੋਟ ਕਰ ਲੈਣਾ ਕਿ ਇਸ ਹਫ਼ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਮਨਾਇਆ ਜਾ ਰਿਹਾ ਹੈ ਔਰ ਅਸੀਂ 2 ਕੁ ਹਫ਼ਤੇ ਪਹਿਲਾਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਇਆ ਸੀ ਔਰ ਉਸ ਦਿਨ ਅਸੀਂ ਬੜੀ ਚੰਗੀ ਤਰ੍ਹਾਂ, ਬੜੀ ਤਸੱਲੀ ਨਾਲ ਬੜਾ ਵਧੀਆ ਪ੍ਰੋਗਰਾਮ ਪੇਸ਼ ਕੀਤਾ ਸੀ ਜੋ 2 ਕੁ ਹਫ਼ਤੇ ਪਹਿਲਾਂ ਹੀ ਲੰਘ ਕੇ ਗਿਆ ਹੈ। ਸੋ ਅੱਜ ਅਸੀਂ ਕਬੀਰ ਸਾਹਿਬ ਦੇ ਦਰਸ਼ਨ ਕਰਾਂਗੇ। ਆਓ ਫਿਰ ਸਾਡੇ ਨਾਲ ਰਲੋ। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 14 ਜੂਨ ਨੂੰ ਇਹ ਸਪੈਸ਼ਲ ਇਵੈਂਟ ਬਣਦਾ ਹੈ। ਇਹ ਵਿਸ਼ੇਸ਼ ਦਿਨ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ
ਸੋ ਅੱਜ ਭਗਤ ਕਬੀਰ ਜੀ ਦੇ ਪਰਉਪਕਾਰੀ ਜੀਵਨ, ਇਨਕਲਾਬੀ ਤੇ ਕ੍ਰਾਂਤੀਕਾਰੀ ਜੀਵਨ ਬਾਰੇ ਵਿਚਾਰ ਹੋਵੇਗੀ, ਗੱਲਬਾਤ ਹੋਵੇਗੀ, ਡਿਸਕਸ਼ਨ ਹੋਵੇਗੀ। ਆਓ ਫਿਰ ਅਸੀਂ ਵੀ ਉਸ ਬੇਮਿਸਾਲ ਹਸਤੀ ਕਬੀਰ ਸਾਹਿਬ ਜੀ ਦੀ ਮਿੱਠੀ ਤੇ ਨਿੱਘੀ ਯਾਦ ਮਨਾਈਏ, ਜਿਨ੍ਹਾਂ ਨੇ ਸਾਰੇ ਭਗਤਾਂ ਨਾਲੋਂ ਜ਼ਿਆਦਾ ਬਾਣੀ 772 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾਏ। ਔਰ ਖਾਸ ਗੱਲ ਇਹ ਹੈ ਕਿ ਭਗਤੀ ਲਹਿਰ ਦੇ ਵਿੱਚ ਕਬੀਰ ਸਾਹਿਬ ਦਾ ਬਹੁਤ ਯੋਗਦਾਨ ਹੈ, ਦੇਣ ਹੈ, ਕੰਟਰੀਬਿਊਸ਼ਨ ਹੈ। ਉਹਨਾਂ ਨੇ ਆਪਣੀ ਯੋਗਤਾ ਦੇ ਨਾਲ ਔਰ ਜਦੋਜਹਿਦ ਕਰਕੇ ਸਮਾਜ ਦੇ ਵਿੱਚ ਇਹੋ ਜਿਹਾ ਮਕਾਮ ਹਾਸਲ ਕੀਤਾ, ਮੈਨੂੰ ਇਹ ਕਹਿਣਾ ਸੋਹਣਾ ਲੱਗਦਾ ਕਿ ਗੁਰੂ ਅਰਜਨ ਦੇਵ ਜੀ ਦੀ ਨਜ਼ਰ ਵਿੱਚ ਕਬੂਲ ਹੋ ਗਏ, ਪ੍ਰਵਾਨ ਹੋ ਗਏ। 35 ਮਹਾਂਪੁਰਖਾਂ ਦੀ ਮਹਿਫਿਲ ਵਿੱਚ ਬਰਾਬਰ ਦੇ ਸ਼ਰੀਕ ਹਨ। ਔਰ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਕਬੀਰ ਸਾਹਿਬ ਆਪਣੀ ਅਵਸਥਾ ਬਾਰੇ ਖੁਦ ਆਪ ਸਾਨੂੰ ਲਿਖ ਕੇ ਦੇ ਗਏ ਹਨ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਭਾਈ ਵਾਹ, ਇਤਨਾ ਆਤਮ ਵਿਸ਼ਵਾਸ, ਇਤਨਾ ਸੈਲਫ ਕੌਨਫੀਡੈਂਸ। ਕਹਿੰਦੇ ਹਨ ਕਿ ਮੇਰੇ ਵਿੱਚ ਤੇ ਰੱਬ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਇਹ ਗੱਲ, ਇਹ ਖਿਆਲ ਅਸੀਂ ਪਹਿਲਾਂ ਵੀ ਗੁਆਂਢੀਆਂ ਵੱਲੋਂ ਵੀ ਸੁਣਿਆ ਸੀ। ਉਹਨੇ ਕਿਹਾ ਸੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੋ ਅਲਾਮਾ ਇਕਬਾਲ ਕਹਿੰਦਾ ਹੈ, ਇਹ ਬੜੀ ਮੁਸ਼ਕਲ ਗੱਲ ਹੈ ਕਿ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਇੰਨਾ ਉੱਚਾ ਚੁੱਕਿਆ ਜਾਵੇ ਕਿ ਰੱਬ ਤੁਹਾਡੇ ਕੋਲੋਂ ਪੁੱਛੇ ਵੀ ਕਿਦਾਂ ਬਈ, ਕੀ ਹਾਲ ਚਾਲ ਹੈ। खुद ही को कर बुलंद इतना कि हर तकदीर से पहले खुदा बंदे से खुद पूछे, बता तेरी रजा क्या है। ये ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਜੀਵਨ ਦੀ ਅਵਸਥਾ ਉੱਪਰ ਲੈ ਕੇ ਜਾਈਏ। ਸੋ ਕਬੀਰ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਸਵੈਮਾਨ ਵਾਸਤੇ, ਸਮਾਜਿਕ ਬਰਾਬਰੀ ਵਾਸਤੇ, ਸੈਲਫ ਰਿਸਪੈਕਟ ਵਾਸਤੇ, ਧਾਰਮਿਕ ਆਜ਼ਾਦੀ ਵਾਸਤੇ ਸਮੇਂ ਦੇ ਹਾਕਮ ਮੁਹੰਮਦ ਬਿਨ ਤੁਗਲਕ ਨਾਲ ਵੀ जबरदस्त टक्कर लई। पहले आप बदलता है इंसान, तब कहीं हालात बदलते हैं। कौल के जो धनी होते हैं, कब वो अपनी बात बदलते हैं। ਇਹੋ ਹੀ ਕਬੀਰ ਜੀ ਸਨ ਜਿਨ੍ਹਾਂ ਨੇ ਭਾਰਤੀ ਸਮਾਜ ਵਿੱਚ, ਯਾਨੀ ਇੰਡੀਅਨ ਕਮਿਊਨਿਟੀ ਦੇ ਵਿੱਚ, ਇੰਡੀਅਨ ਸੋਸਾਇਟੀ ਵਿੱਚ ਬਰਾਬਰ ਦੇ ਸ਼ਹਿਰੀ, ਯਾਨੀ ਜੇ ਦੂਸਰੇ ਲੋਕ ਫਸਟ ਕਲਾਸ ਸਿਟੀਜ਼ਨ ਆ ਤਾਂ ਅਸੀਂ ਵੀ ਫਸਟ ਕਲਾਸ ਸਿਟੀਜ਼ਨ ਆ। ਉਹਦੇ ਵਾਸਤੇ ਉਹਨਾਂ ਨੂੰ ਬਹੁਤ ਸਟਰਗਲ ਕਰਨਾ ਪਿਆ। ਧਾਰਮਿਕ ਤੇ ਸਮਾਜਿਕ ਆਗੂ ਬ੍ਰਾਹਮਣ ਦੇ ਨਾਲ ਕਬੀਰ ਸਾਹਿਬ ਨੇ ਜ਼ਬਰਦਸਤ ਟੱਕਰ ਲਈ ਤੇ ਕਿਹਾ, ਹੇ ਬ੍ਰਾਹਮਣ, ਜੇ ਤੂੰ ਮੈਨੂੰ ਸ਼ੂਦਰ ਕਹਿੰਦਾ ਹੈ, ਨੀਚ ਕਹਿੰਦਾ ਹੈ, ਕਿ ਤੇਰੀਆਂ ਰਗਾਂ ਵਿੱਚ ਦੁੱਧ ਹੈ ਤੇ ਮੇਰੀਆਂ ਨਾੜਾਂ ਵਿੱਚ ਖੂਨ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅਨਮੋਲ ਬੋਲ ਭਗਤ ਕਬੀਰ ਜੀ ਦੀਆਂ ਲਾਈਨਾਂ ਦਰਜ ਹਨ। ਪੜ੍ਹ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ, ਸੁਣ ਕੇ ਅਸਚਰਜ ਹੋਏਗਾ। ਕਹਿੰਦੇ ਹਨ, ਤੁਮ ਕਤ ਬ੍ਰਾਹਮਣ, ਹਮ ਕਤ ਸੂਦ, ਹਮ ਕਤ ਲੋਹੂ, ਤੁਮ ਕਤ ਦੂਧ। ਇਹਨਾਂ ਦਰਦ ਭਰੇ ਸ਼ਬਦਾਂ ਵਿੱਚੋਂ ਕਬੀਰ ਜੀ ਦੀ ਮਰਜ਼ੀ, ਉਹਨਾਂ ਦੀ ਇੱਛਾ, ਉਹਨਾਂ ਦੀ ਇੰਟੈਂਸ਼ਨ ਮਹਿਸੂਸ ਕੀਤੀ ਜਾ ਸਕਦੀ ਹੈ। ਭਗਤ ਕਬੀਰ ਸਾਹਿਬ ਜੀ ਪਿਆਰੇ, ਹੱਥਕਾਰ ਤੇ ਚਿੱਤ ਕਰਤਾਰ, ਉੱਚੀ ਨੀਵੀਂ ਸਭ ਦੀ ਸੁਣਦੇ, ਬੁੱਕਾਂ ਭਰ ਭਰ ਵੰਡਦੇ ਪਿਆਰ। ਸ਼ਹਿਰ ਬਨਾਰਸ ਸ਼ੋਭਾ ਹੁੰਦੀ, ਹਰ ਇੱਕ ਕਰੇ ਪਿਆਰ ਇਤਬਾਰ। ਤੇਰੀਆਂ ਸੱਤੇ ਖੈਰਾਂ ਜ਼ਖਮੀ, ਮਿਹਰ ਰਹਿਮ ਸੱਚੀ ਸਰਕਾਰ। ਲਓ ਜੀ, ਪ੍ਰੋਗਰਾਮ ਚੱਲਦਾ ਰਹੇਗਾ ਠੀਕ 11 ਵਜੇ ਤੱਕ। ਆਓ ਹੁਣ ਆਪਾਂ ਵਿਚਾਰ ਸੁਣਦੇ ਹਾਂ, ਸਾਡੇ ਭੈਣ ਜੀ ਆਪਣੇ ਵਿਚਾਰ ਦੇਣਗੇ। ਆਓ ਜੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੁਰੂ ਦੀ ਫਤਿਹ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਕੱਠੇ ਹੋਏ ਹਾਂ। ਸਿੱਖ ਚੈਨਲ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ, ਜਿਹੜਾ ਕਿ 13 ਸਾਲਾਂ ਤੋਂ ਜਿਸ ਤਰ੍ਹਾਂ ਵੀ ਇਹ ਅਵੇਅਰਨੈਸ ਜੋ ਵੀ ਹੈ, ਜੋ ਵੀ ਬਾਣੀ, ਜੋ ਵੀ ਪ੍ਰੋਗਰਾਮ ਹੁੰਦਾ ਹੈ ਦੁਨੀਆ ਦੇ ਵਿੱਚ, ਸਾਰਿਆਂ ਨੂੰ ਦੱਸਦੇ ਹਨ। ਸੋ ਆਪਾਂ ਸਾਰਿਆਂ ਦਾ ਰਲ ਮਿਲ ਕੇ ਇਹਨਾਂ ਦਾ ਧੰਨਵਾਦ ਕਰਦੇ ਹਾਂ। ਕਹਿੰਦੇ ਅੱਜ ਆਪਾਂ ਭਗਤ ਕਬੀਰ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ, ਜਿਹੜਾ ਕਿ 14 ਤਰੀਕ ਸੀਗਾ, ਆਪਾਂ ਸਾਰੇ ਰਲ ਮਿਲ ਕੇ ਅੱਜ ਉਹਨਾਂ ਨੂੰ ਯਾਦ ਕਰਨਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਰਾਮ 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 ਕਰਦੇ ਕਰਦੇ, ਵਾਹਿਗੁਰੂ ਕਰਦੇ ਕਰਦੇ, ਵਾਹਿਗੁਰੂ ਨੂੰ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਰੋਮ ਰੋਮ ਵਿੱਚ ਵਸਾ ਲਿਆ।
ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਸਭ ਨੂੰ ਬਹੁਤ ਬਹੁਤ ਵਧਾਈਆਂ। ਕਹਿੰਦੇ ਕਬੀਰ ਜੀ ਦੇ ਸ਼ਲੋਕ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੀਏ, ਇੰਨੇ ਸ਼ਲੋਕ ਲਿਖੇ ਹਨ ਉਹਨਾਂ ਨੇ ਕਿ ਇਹ ਮਨ ਨੂੰ ਹਿਲਾਉਣ ਵਾਲੇ ਸ਼ਲੋਕ ਹਨ। ਪਹਿਲਾਂ ਤਾਂ ਉਹਨਾਂ ਨੇ ਆਪਣੇ ਬਾਰੇ ਲਿਖਿਆ, ਕਹਿੰਦੇ ਹਨ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣਹਾਰ। ਕਹਿੰਦੇ ਹਨ ਕਿ ਇਹ ਕਬੀਰ ਮੇਰੀ ਜਾਤ ਨੂੰ ਹਰੇਕ ਬੰਦਾ ਕਹਿੰਦੇ ਹੱਸਦਾ ਹੈ, ਭਾਵ ਮੈਂ ਜੁਲਾਹਾ ਛੋਟੀ ਜਾਤ ਦਾ ਹਾਂ, ਪਰ ਹੁਣ ਮੈਂ ਇਸ ਜਾਤ ਤੋਂ ਸਦਕੇ ਜਾਂਦਾ ਹਾਂ। ਕਿਉਂ? ਕਿਉਂਕਿ ਇਸ ਦੇ ਵਿੱਚ ਆ ਕੇ ਨਾ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ ਅਤੇ ਆਤਮਿਕ ਸੁੱਖ ਮਾਣ ਲਿਆ ਹੈ। ਇਹ ਭਗਤ ਕਬੀਰ ਜੀ ਆਪਣੇ ਆਪ ਨੂੰ ਕਹਿੰਦੇ ਹਨ। ਇਹ ਸਾਨੂੰ ਵੀ ਸਮਝਾਉਂਦੇ ਹਨ ਕਿ ਜਾਤ ਪਾਤ ਕੁਛ ਨਹੀਂ ਹੈਗਾ, ਕਿ ਪ੍ਰਭੂ ਦਾ ਨਾਮ ਹੀ ਹੈ ਜਿਹੜਾ ਕਿ ਆਪਾਂ ਸਾਰਿਆਂ ਨੇ ਸਿਮਰਨਾ ਹੈ। ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਕਹਿੰਦੇ ਹਨ ਇਹ ਕਬੀਰ ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਇਸ ਜਗਤ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਸੋ ਇਸ ਤਰ੍ਹਾਂ ਭਗਤ ਜੀ ਦੇ ਬਹੁਤ ਸ਼ਲੋਕ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੜੇ ਕਿ ਸਾਡੇ ਮਨਾਂ ਨੂੰ ਸਮਝਾਉਂਦੇ ਹਨ ਕਿ ਇਸ ਜੀਵਨ 'ਚ ਜੋ ਕਿ ਆਪਾਂ ਆਏ ਹਾਂ, ਇਸ ਜੀਵਨ ਦਾ ਮਨੋਰਥ ਕੀ ਹੈ, ਇਹ ਸਾਨੂੰ ਕੀ ਸਿਖਾਉਂਦਾ ਹੈ। ਪ੍ਰਭੂ ਨੂੰ ਮਿਲਣ ਵਾਸਤੇ ਹੀ ਇਹ ਸਾਨੂੰ ਜੀਵਨ ਮਿਲਿਆ ਹੈ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਇੱਕ ਭਗਤ ਕਬੀਰ ਜੀ ਦਾ ਜਨਮ ਬਨਾਰਸ ਹੋਇਆ। ਇਹਨਾਂ ਦੇ ਪਿਤਾ ਜੀ ਨੀਰੂ ਜੀ ਅਤੇ ਮਾਤਾ ਜੀ ਦਾ ਨਾਮ ਨੀਮਾ ਜੀ ਹੈ, ਅਤੇ ਭਗਤ ਕਬੀਰ ਜੀ ਇਹਨਾਂ ਦਾ ਨਾਮ ਕਹਿੰਦੇ ਕਬੀਰ ਰੱਖਿਆ ਉਹਨਾਂ ਨੇ। ਕਬੀਰ ਦਾ ਅਰਥ ਪਤਾ ਕੀ ਹੈ? ਕਬੀਰ ਹੁੰਦਾ ਪਰਮਾਤਮਾ, ਪ੍ਰਭੂ। ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਬਾਣੀ ਵਿੱਚ ਵੀ ਕਬੀਰ ਜੀ ਦਾ ਨਾਮ ਆਇਆ ਹੈ। ਸੋ ਕਬੀਰ ਜੀ ਇੱਕ ਪਰਮਾਤਮਾ ਦਾ ਨਾਮ ਹੈ। ਕਹਿੰਦੇ ਜਿਹੜੇ ਯੁੱਗ ਵਿੱਚ ਪੈਦਾ ਹੋਏ ਉਹ ਯੁੱਗ ਸੀਗਾ ਮੱਧ ਯੁੱਗ, ਜਿਸ ਦੇ ਵਿੱਚ ਬਹੁਤ ਮੁਸ਼ਕਿਲਾਂ ਆਈਆਂ ਉਹਨਾਂ ਨੂੰ। ਇੱਕ ਵਕਤ ਕਹਿੰਦੇ ਜਾਤ ਪਾਤ ਬੋਲਬਾਲਾ, ਇੰਨਾ ਬੋਲਬਾਲਾ ਸੀ, ਜਾਤ ਪਾਤ ਦਾ ਫਰਕ ਸੀ ਕਿ ਜਿਹੜੇ ਬ੍ਰਾਹਮਣ ਸੀ ਨਾ, ਇਹਨਾਂ ਨੂੰ ਕੁਛ ਨਹੀਂ ਸੀ ਸਮਝਦੇ। ਬ੍ਰਾਹਮਣ ਪੰਡਤ ਜਿਹੜੇ ਪੀਰ ਸਨ ਸਾਰੇ ਇਹਨਾਂ ਨੂੰ ਕਹਿੰਦੇ ਸਨ ਕਿ ਨੀਚੀ ਜਾਤ ਦਾ ਹੈ। ਪਰ ਭਗਤ ਜੀ ਕਹਿੰਦੇ ਹਨ ਕਿ ਛੋਟੀ ਜਿਹੀ ਉਮਰ ਸੀ ਜਦੋਂ ਇਹਨਾਂ ਦੀ, ਕਹਿੰਦੇ ਹਨ ਭਗਤ ਜੀ ਹੋਣੀ ਵਾਹਿਗੁਰੂ ਨਾਮ ਜਪਦੇ 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 ਜਪਦੇ, ਪਰ ਹਾਲੇ ਗੁਰੂ ਨਹੀਂ ਸੀ ਤਾਰਿਆ। ਕਹਿੰਦੇ ਗੁਰੂ ਨਹੀਂ ਸੀ ਤਾਰਿਆ, ਪਰ ਕਬੀਰ ਜੀ ਇਕਾਂਤ ਵਿੱਚ ਰਹਿੰਦੇ ਸਨ, ਪਰਮਾਤਮਾ ਦਾ ਧਿਆਨ ਕਰਦੇ ਰਹਿੰਦੇ ਸਨ। ਇੱਕ ਦਿਨ ਬੈਠੇ ਸਨ, ਕਹਿੰਦੇ 5 ਸਾਲ ਦੀ ਉਮਰ ਸੀ ਉਹਨਾਂ ਦੀ, ਚੌਂਕੜੀ ਲਾ ਕੇ ਰਾਮ ਨੂੰ ਯਾਦ ਕਰਦੇ ਸਨ ਕਿ ਇੱਕ ਮਾਈ ਆਈ। ਕਹਿੰਦੇ ਮਾਈ ਜਿਹੜੀ ਜਿਸ ਨੂੰ ਕਹਿੰਦੇ ਅੱਖਾਂ ਤੋਂ ਦਿਸਦਾ ਨਹੀਂ ਸੀ, ਹੌਲੀ ਹੌਲੀ ਆਈ, ਠੁੱਡਾ ਕਬੀਰ ਜੀ ਦੇ ਗੋਡੇ ਤੇ ਰੱਖਿਆ ਤਾਂ ਮਾਈ ਜੀ ਡਿੱਗ ਗਏ ਥੱਲੇ। ਤਾਂ ਕਬੀਰ ਜੀ ਅੱਗੇ ਆਖਦੇ ਹਨ ਮਾਈ ਤੁਸੀਂ ਡਿੱਗ ਗਏ ਹੋ, ਤੁਹਾਨੂੰ ਤਾਂ ਇੰਨਾ ਸੋਹਣਾ ਦਿਸਦਾ ਹੈ, ਤੁਸੀਂ ਫੇਰ ਕਿਸ ਤਰ੍ਹਾਂ ਡਿੱਗ ਗਏ? ਕਬੀਰ ਜੀ ਆਪਣੀ ਬੁੱਧੀ ਵਿੱਚ ਬੈਠੇ ਰਾਮ ਰਾਮ ਜਪਦੇ, ਮਾਈ ਨੂੰ ਕਹਿੰਦੇ ਕਿ ਮਾਈ ਤੁਹਾਨੂੰ ਦਿਸਦਾ ਹੈ, ਤੁਸੀਂ ਕਿਸ ਤਰ੍ਹਾਂ ਡਿੱਗ ਗਏ? ਤਾਂ ਮਾਈ ਹੈਰਾਨ ਹੁੰਦੀ ਹੈ। ਮਾਈ ਕਬੀਰ ਜੀ ਵੱਲ ਦੇਖਦੀ ਹੈ, ਕਹਿੰਦੀ ਹੈ ਕਿ ਬੱਚਾ ਬੇਟਾ, ਕਿ ਉਹ ਛੋਟੇ ਜਿਹੇ ਸਨ ਬੈਠੇ ਸਨ ਥੱਲੇ, ਕਹਿੰਦੇ ਬੇਟਾ ਮੈਂ ਸੱਚਮੁੱਚ ਅੰਨੀ ਹਾਂ, ਮੈਨੂੰ ਨਹੀਂ ਦਿਸਦਾ। ਭਗਤ ਜੀ ਉਹਨਾਂ ਦੀ ਉਮਰ ਕਹਿੰਦੇ 5-6 ਸਾਲ ਦੀ ਸੀ ਉਦੋਂ। ਮਾਈ ਜਦੋਂ ਹੌਲੀ ਹੌਲੀ ਉੱਠ ਕੇ ਭਗਤ ਜੀ ਹੋਣਾ ਵੱਲ, ਉਹਨੇ ਆਪਣੇ ਨੇਤਰ ਜਦੋਂ ਭਗਤ ਜੀ ਵੱਲ ਕਹਿੰਦੇ ਉਹਨੇ ਦੇਖਿਆ ਕਿਸ ਤਰ੍ਹਾਂ ਮਾਈ ਨੇ ਅੱਖਾਂ ਖੋਲ੍ਹੀਆਂ ਆਪਣੀਆਂ, ਤਾਂ ਉਸ ਨੂੰ ਸਭ ਕੁਝ ਦਿਸਣ ਲੱਗ ਗਿਆ। ਹੈਰਾਨ ਹੋ ਗਈ, ਰੌਲਾ ਪਾਤਾ ਕਿ ਮੈਨੂੰ ਤਾਂ ਹੁਣ ਦਿਸਣ ਲੱਗ ਗਿਆ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਕਬੀਰ ਜੀ ਦੇ ਚਰਨਾਂ ਤੇ ਉਹਨੇ ਮੱਥਾ ਟੇਕਿਆ। ਕਿ ਬਨਾਰਸ ਵਿੱਚ ਮਾਤਾ ਪਿਤਾ ਵੀ ਆ ਗਏ ਸਾਰੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਕਬੀਰ ਜੀ ਹਨ ਇਹ ਹੋਰਾਂ ਬੱਚਿਆਂ ਨਾਲੋਂ ਥੋੜ੍ਹੇ ਜਿਹੇ ਅਲੱਗ ਹਨ। ਖੇਲਣਾ ਖੁੱਲਣਾ ਇਹਨਾਂ 'ਚ ਖੇਲਣਾ ਕੁੱਦਣਾ ਨਹੀਂ ਸੀਗਾ, ਪਰ ਰਾਮ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ। ਸੋ ਇਸ ਤਰ੍ਹਾਂ ਮਾਈ ਨੇ, ਜਿਹੜੇ ਉੱਥੇ ਦੇ ਹਿੰਦੂ ਮੁਸਲਮਾਨ ਸਨ ਸਾਰੇ ਕਬੀਰ ਦੇ ਨਾਲ ਈਰਖਾ ਕਰਨ ਲੱਗ ਗਏ ਕਿ ਇਹ ਛੋਟਾ ਜਿਹਾ ਬੱਚਾ, ਇਹਨੂੰ ਲੋਕੀ ਇਸ ਤਰ੍ਹਾਂ ਪੂਜਣ ਲੱਗ ਗਏ, ਸਾਨੂੰ ਤਾਂ ਕੋਈ ਪੁੱਛਦਾ ਨਹੀਂ, ਹੁਣ ਇਹਦੇ ਮਗਰ ਜਾਂਦੇ ਹਨ। ਇਹ ਇੱਕ ਜੈਲਸੀ, ਇੱਕ ਸਾੜਾ, ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ, ਹੁਣ ਵੀ ਹੁੰਦਾ, ਹੁਣ ਵੀ ਕੋਈ ਨਾ ਕੋਈ ਕਿਸੇ ਦੀ ਈਰਖਾ ਜ਼ਰੂਰ ਕਰਦਾ ਹੈ। ਪਰ ਕਹਿੰਦੇ ਹਨ ਕਿ ਇਸ ਤਰ੍ਹਾਂ ਕਰਦੇ ਕਰਦੇ ਰਾਮ ਭਗਤ ਜੀ ਹੋਣੀ ਕਰਦੇ ਕਰਦੇ ਕਹਿੰਦੇ ਕਿ ਮੈਂ ਹੁਣ ਕਿਸ ਤਰ੍ਹਾਂ ਗੁਰੂ ਧਾਰਾਂ, ਇਹਨੂੰ ਮੰਨਾਂ। ਹੋਏ ਬਿਕਰਤ ਬਨਾਰਸੀ ਰਹਿੰਦਾ ਰਾਮਾ ਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ, ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾ ਲਿਆ
ਬੋਲੋ ਰਾਮ ਸਿੱਖ ਸਮਝਾਈ। ਕਹਿੰਦੇ ਹਨ ਕਿ ਭਾਵ ਰਾਮਾਨੰਦ ਹੋਣੀ ਗੁਸਾਈ ਹੋਣੀ ਕਾਂਸੀ 'ਚ ਰਹਿੰਦੇ ਸਨ। ਉਹ ਸਵੇਰ ਨੂੰ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਸਨ ਗੰਗਾ 'ਤੇ। ਤਾਂ ਕਬੀਰ ਜੀ ਨੇ ਕਿਹਾ ਕਿ ਰਾਤ ਨੂੰ ਮੈਂ ਰਸਤੇ 'ਤੇ ਲੰਮਾ ਪੈ ਜਾਂਦਾ ਹਾਂ, ਕਬੀਰ ਜੀ ਲੰਘੋਗੇ ਮੈਂ ਨਾਲੇ ਦਰਸ਼ਨ ਕਰ ਲੂੰਗਾ ਤਾਂ ਨਾਲੇ ਉਹਨਾਂ ਦੇ ਨਾਲ ਮਿਲ ਲਊਂਗਾ। ਪਰ ਉੱਧਰੋਂ ਰਾਮਾਨੰਦ ਜੀ ਜਦੋਂ ਆਏ, ਰਾਮਾਨੰਦ ਜੀ ਉਹਨਾਂ ਦਾ ਪੈਰ ਨਾ ਜਿਹੜਾ ਥੋੜ੍ਹਾ ਜਿਹਾ ਕਬੀਰ ਜੀ ਨੂੰ ਜਦੋਂ ਛੋਇਆ ਤਾਂ ਉਹ ਛੋਹ ਕੇ ਉਹਨਾਂ ਨੂੰ ਕਹਿੰਦੇ ਆ ਕਿ ਉੱਠ, ਕਿਉਂ ਲੰਮਾ ਪਿਆ ਹੈ, ਰਾਮ ਜਪੋ, ਰਾਮ ਜਪੋ। ਜਦੋਂ ਉਹਨਾਂ ਨੇ ਰਾਮ ਜਪੋ ਕਿਹਾ ਨਾ, ਕਬੀਰ ਜੀ ਨੇ ਸਮਝ ਲਿਆ ਕਿ ਇਹ ਜਿਹੜਾ ਰਾਮ ਦਾ ਨਾਮ ਹੈ ਨਾ, ਇਹੀ ਮੇਰੇ ਵਾਸਤੇ ਇਹਨਾਂ ਦਾ ਜਿੱਦਾਂ ਪ੍ਰਸ਼ਾਦ ਸਮਝ ਲਓ, ਇਹੀ ਇਹਨਾਂ ਵਾਸਤੇ ਮੇਰੇ ਵਾਸਤੇ ਇਹਨਾਂ ਨੇ ਮੈਨੂੰ ਦੱਸਿਆ ਹੈ ਕਿ ਤੂੰ ਰਾਮ ਜਪ ਲਾ। ਬਸ ਉਹਨਾਂ ਨੇ ਉਹ ਸ਼ਬਦ ਰਾਮ ਜਪੋ ਆਪਣੇ ਮਨ ਵਿੱਚ ਐਸਾ ਵਸਾਇਆ ਨਾ ਕਿ ਰਾਮ 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 ਜਪਦੇ ਰਹੇ। ਰਾਮ ਰਾਮ ਉਸ ਤੋਂ ਹੀ ਸ਼ੁਰੂ ਹੋ ਗਿਆ ਉਹਨਾਂ ਦਾ, ਰੋਮ ਰੋਮ ਵਿੱਚ ਰਾਮ ਵਸ ਗਿਆ। ਰਾਮ ਕਰਦੇ ਕਰਦੇ ਰਾਮ ਕਬੀਰੇ ਭੇਦ ਨਾ ਪਾਏ, ਰਾਮ ਜਪ ਜਪਦੇ ਰੱਬ ਦੇ ਵਿੱਚ ਅਭੇਦ ਹੋ ਗਏ। ਹਾਂਜੀ ਭਾਜੀ। ਵਾਹ ਜੀ ਵਾਹ। ਕਬੀਰ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ। 624ਵਾਂ ਇਹ ਜਨਮ ਦਿਨ ਹੈ। ਇਹ ਉਹੀ ਕਬੀਰ ਸਾਹਿਬ ਹਨ ਜਿਨ੍ਹਾਂ ਨੇ ਸਮਾਜ ਨੂੰ 4 ਹਿੱਸਿਆਂ ਦੇ ਵਿੱਚ ਵੰਡਣ ਵਾਲੇ ਅਤੇ ਕੁਝ ਸ਼੍ਰੇਣੀਆਂ ਨੂੰ ਸ਼ੂਦਰ ਕਹਿਣ ਵਾਲੇ, ਨੀਚ ਕਹਿਣ ਵਾਲੇ, ਅਛੂਤ ਕਹਿਣ ਵਾਲੇ, ਉਹਨਾਂ ਦੇ ਇਨਸਾਨੀ ਹੱਕਾਂ ਨੂੰ ਖੋਹਣ ਵਾਲੇ ਧਾਰਮਿਕ ਆਗੂ ਬ੍ਰਾਹਮਣ ਨੂੰ ਲਲਕਾਰ ਕੇ ਕਿਹਾ, ਹੇ ਬ੍ਰਾਹਮਣ, ਤੂੰ ਵੀ ਤਾਂ ਮੇਰੇ ਵਾਂਗ ਹੀ ਔਰਤ ਤੋਂ ਪੈਦਾ ਹੋਇਆ ਹੈ। ਜੇ ਤੂੰ ਬ੍ਰਾਹਮਣ ਹੈ, ਬ੍ਰਾਹਮਣੀ ਦਾ ਜਾਇਆ ਹੈ, ਪੁੱਤਰ ਹੈ, ਤਾਂ ਫਿਰ ਤੈਨੂੰ ਕਿਸੇ ਹੋਰ ਤਰੀਕੇ ਨਾਲ ਪੈਦਾ ਹੋਣਾ ਚਾਹੀਦਾ ਸੀ। ਭਗਤ ਕਬੀਰ ਜੀ ਦੀਆਂ ਇਹ ਇਨਕਲਾਬੀ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਲਿਖਦੇ ਹਨ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਇਹਨਾਂ ਸੱਚੇ ਤੇ ਸੁੱਚੇ ਸ਼ਬਦਾਂ ਦੇ ਵਿੱਚੋਂ ਭਗਤ ਕਬੀਰ ਜੀ ਦੀ ਕ੍ਰਾਂਤੀਕਾਰੀ ਸੋਚ, ਰੈਵੋਲੂਸ਼ਨਰੀ ਥਿੰਕਿੰਗ, ਇਨਕਲਾਬੀ ਵਿਚਾਰਧਾਰਾ, ਈਮਾਨਦਾਰੀ, ਦਿਆਨਤਦਾਰੀ ਯਾਨੀ ਇੰਟੈਗ੍ਰਿਟੀ ਮਹਿਸੂਸ ਕੀਤੀ ਜਾ ਸਕਦੀ ਹੈ। ਭਗਤੀ ਲਹਿਰ ਦੇ ਸਾਰੇ ਭਗਤਾਂ ਦੀ ਜੋਸ਼ੀਲੀ ਬਾਣੀ ਪੜ੍ਹ ਕੇ ਮੈਨੂੰ ਤਾਂ ਕਦੇ-ਕਦੇ ਇਉਂ ਮਹਿਸੂਸ ਹੁੰਦਾ ਕਿ ਉਹ ਧਰਮ ਦੇ ਠੇਕੇਦਾਰਾਂ ਜਾਂ ਸਮਾਜ ਦੇ ਦੁਸ਼ਮਣਾਂ ਉੱਤੇ ਬਿਜਲੀ ਬਣ ਕੇ ਡਿੱਗਦੇ ਰਹੇ ਹਨ। ਫਲਕ ਕੋ ਜ਼ਿਦ ਹੈ ਜਹਾਂ ਬਿਜਲੀਆਂ ਗਿਰਾਨੇ ਕੀ, ਹमें भी जिद है वहां आशियां बनाने की। ਜੀ ਹਾਂ, ਸਾਰੀ ਦੁਨੀਆ ਵਿੱਚ ਅੱਜ ਇਹ ਦਿਨ ਵੱਖ-ਵੱਖ ਦਿਨਾਂ ਦੇ ਥਾਂ ਤੇ ਮਨਾਇਆ ਜਾਏਗਾ। ਹੋ ਸਕਦਾ ਹੈ ਹਰੇਕ ਵੀਕਐਂਡ ਤੇ, ਜਿੱਦਾਂ ਆਪਾਂ ਇੰਗਲੈਂਡ ਵਿੱਚ ਹਰੇਕ ਐਤਵਾਰ ਸਾਰੇ ਗੁਰੂ ਘਰਾਂ ਵਿੱਚ ਇਹ ਦਿਨ ਮਨਾਉਂਦੇ ਹਾਂ, ਉਸ ਦਿਨ ਵੀ ਮਨਾਇਆ ਜਾਏ। ਮੈਂ ਖੁਦ ਤਸਦੀਕ ਕੀਤਾ ਕਿ 17 ਰਾਗਾਂ ਦੇ ਵਿੱਚ ਕਬੀਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ। ਮੈਂ 772 ਸ਼ਬਦਾਂ ਦੀ ਗਿਣਤੀ ਕਿਹਾ ਹੈ, ਲੇਕਿਨ ਇੰਡੀਆ ਤੋਂ ਮੇਰੇ ਉਸਤਾਦ ਜੀ ਨੇ ਮੈਨੂੰ ਜੋ ਮੈਸੇਜ ਭੇਜਿਆ ਹੈ ਉਹਦੇ ਵਿੱਚ ਸ਼ਬਦਾਂ ਦੀ ਗਿਣਤੀ ਵੱਖ ਹੈ। ਸੋ ਮੈਂ ਕਹਿਣਾ ਹੀ ਚਾਹੁੰਦਾ ਹਾਂ ਕਿ ਸ਼ਬਦਾਂ ਦਾ ਜੋ ਬਣਤਰ ਹੈ, ਉਹਨਾਂ ਦੀ ਗਿਣਤੀ ਹੈ। ਸ਼ਲੋਕਾਂ ਨੂੰ ਅਸੀਂ ਗਿਣ ਸਕਦੇ ਹਾਂ ਕਿ ਉਹਨਾਂ ਦੇ ਨਾਲ ਨੰਬਰਿੰਗ ਜਿਹੜੀ ਹੈ ਉਹ ਆਸਾਨ ਹੈ, ਸੌਖੀ ਹੈ। ਲੇਕਿਨ ਸ਼ਬਦਾਂ ਦੇ ਵਿੱਚ 52 ਅੱਖਰੀ, 7 ਵਾਰਾ ਜਾਂ ਵਾਰ, ਇਸ ਤਰ੍ਹਾਂ ਦੀ ਜਿਹੜੀ ਲੰਬੀਆਂ ਬਾਣੀਆਂ ਹਨ, ਉਹਨਾਂ ਦੇ ਸ਼ਬਦਾਂ ਦੀ ਗਿਣਤੀ ਕਰੀਏ ਤਾਂ ਉਹ ਵੱਧ ਘੱਟ ਇਉਂ ਹੋ ਸਕਦੀ ਹੈ ਕਿ ਅਸੀਂ ਗਿਣਤੀ ਕਰਨ ਵੇਲੇ ਕਿਸ ਤਰ੍ਹਾਂ ਗਿਣਦੇ ਹਾਂ। ਕੁੱਲ ਮਿਲਾ ਕੇ ਅਸੀਂ ਇਹ ਕਹਾਂਗੇ ਕਿ ਸਾਨੂੰ ਤਾਂ ਅੰਬ ਖਾਣ ਨਾਲ ਮਤਲਬ ਹੈ, ਗੂਟੀਆਂ ਗਿਣਨ ਨਾਲ ਨਹੀਂ। ਸ਼ਬਦ ਜਿਤਨੇ ਵੀ ਹਨ, ਇੱਕ ਤੋਂ ਇੱਕ ਸਵਾਇਆ ਹਨ, ਔਰ ਜਦ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨ। ਪੰਜਾਬੀ ਲੋਕ ਕਹਿੰਦੇ ਹਨ ਕਿ ਕੰਨਾਂ ਦੀਆਂ ਖਿੜਕੀਆਂ ਖੁੱਲ ਜਾਂਦੀਆਂ ਹਨ ਸੁਣ ਕੇ, ਕਿ ਹੈ ਇਤਨੀ ਡੀਪ ਡਾਊਨ ਕਾਲ ਉਹ ਕਰਦੇ ਹਨ। ਉਹਨਾਂ ਤੋਂ ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਤਾਲੀਮ, ਉਹਨਾਂ ਦੀ ਸਿੱਖਿਆ, ਉਦੋਂ ਕੋਈ ਸਕੂਲ ਯੂਨੀਵਰਸਿਟੀਆਂ ਨਹੀਂ ਸਨ। ਮੈਂ ਇਹ ਗੱਲ ਜ਼ੋਰਦਾਰ ਸ਼ਬਦਾਂ 'ਚ ਕਹਾਂਗਾ ਕਿ ਕਬੀਰ ਸਾਹਿਬ ਦੀ ਅਕੈਡਮਿਕ ਯੋਗਤਾ ਜਿਹੜੀ ਹੈ ਉਹ ਉਹਨਾਂ ਦੀ ਬਾਣੀ ਵਿੱਚੋਂ ਬੜੇ ਚੰਗੇ ਤਰੀਕੇ ਨਾਲ ਭਾਪੀ ਜਾ ਸਕਦੀ ਹੈ, ਨਾਪੀ ਜਾ ਸਕਦੀ ਹੈ। ਐਵੇਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤਾਂ ਦੀ ਬਾਣੀ ਸੰਕਲਨ ਕਰਨ ਵੇਲੇ, ਐਡਿਟ ਕਰਨ ਵੇਲੇ ਉਹਨਾਂ ਦਾ ਨੰਬਰ ਸਭ ਤੋਂ ਪਹਿਲਾਂ ਰੱਖਿਆ। ਨੰਬਰਿੰਗ ਵਿੱਚ ਵੀ ਸਭ ਤੋਂ ਬਾਣੀ ਜ਼ਿਆਦਾ ਸੀ ਕਬੀਰ ਸਾਹਿਬ ਦੀ, ਲੇਕਿਨ ਜੋ ਉਹਨਾਂ ਦੇ ਵਿਚਾਰ ਹਨ, ਇਤਨੇ ਕ੍ਰਾਂਤੀਕਾਰੀ ਵਿਚਾਰ ਹਨ
ਕਿ ਗੁਰੂ ਅਰਜਨ ਦੇਵ ਜੀ ਦੀ ਨਜ਼ਰ ਵਿੱਚ ਉਹ ਕਬੂਲ ਹੋਏ ਤਾਂ ਉਹਨਾਂ ਦੀ ਬਾਣੀ ਭਗਤਾਂ ਵਿੱਚ ਪਹਿਲੇ ਨੰਬਰ ਤੇ ਆਈ। ਕੁਝ ਲੋਕ ਕਹਿੰਦੇ ਹਨ ਕਿ ਉਹਨਾਂ ਦਾ ਜਨਮ ਇਸ ਸਾਲ ਵਿੱਚ ਹੋਇਆ, ਕੁਝ ਕਹਿੰਦੇ ਹਨ ਇਸ ਸਾਲ ਵਿੱਚ ਹੋਇਆ। ਉਦੋਂ ਤਰੀਕਾਂ ਤਾਂ ਕੋਈ ਲਿਖਦਾ ਨਹੀਂ ਸੀ, ਪਰ ਫਿਰ ਵੀ ਭਾਈ ਕਾਹਨ ਸਿੰਘ ਜੀ ਨਾਭਾ ਨੇ 1398 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਅਤੇ 1518 ਈਸਵੀ ਵਿੱਚ ਉਹਨਾਂ ਦਾ ਪਰਲੋਕ ਗਮਨ, ਯਾਨੀ ਕਿ 120 ਸਾਲ ਦੀ ਉਹਨਾਂ ਦੀ ਉਮਰ ਬਣਦੀ ਹੈ ਕਬੀਰ ਸਾਹਿਬ ਜੀ ਦੀ। ਔਰ ਪਿਤਾ ਜਿਵੇਂ ਭੈਣ ਜੀ ਨੇ ਦੱਸਿਆ ਹੈ ਕਿ ਅਲੀ ਨੀਰੂ ਜੀ ਤੇ ਮਾਤਾ ਨੀਮਾ ਜੀ ਜੁਲਾਹਾ ਪਰਿਵਾਰ। ਜੁਲਾਹਾ ਦਾ ਮਤਲਬ ਹੈ ਕੱਪੜਾ, ਜੁਲਾਹਾ ਦਾ ਮਤਲਬ ਹੈ ਸੂਤ ਦਾ ਬਿੰਨਾ, ਸੂਤ ਦਾ ਪਿੰਨਾ, ਯਾਨੀ ਕੱਪੜਾ ਬੁਣਨ ਵਾਲਾ ਇਹ ਪਰਿਵਾਰ ਸੀ। ਤਾਂ ਇਹ ਫਿਰ ਪਿਤਾ ਪੁਰਖੀ ਕੰਮ ਵਿੱਚ ਲੱਗ ਗਏ। ਕਬੀਰ ਨਾਂ ਰੱਖਿਆ ਗਿਆ, ਭੈਣ ਜੀ ਕਹਿ ਰਹੇ ਸੀ ਕਬੀਰ ਦਾ ਮਤਲਬ ਹੈ ਪਰਮਾਤਮਾ। ਮੈਂ ਅਰਬ ਦੇ ਵਿੱਚ ਰਹਿ ਕੇ ਆਇਆ ਤੇ ਉੱਥੇ ਜਦੋਂ ਮੈਂ ਅਰਬੀ ਸਿੱਖਣੀ ਸ਼ੁਰੂ ਕੀਤੀ ਬੇਕਰੀ ਦੇ ਕੰਮ ਦੇ ਨਾਲ ਨਾਲ, ਮੇਰਾ ਕਸਟਮਰ ਸੀ ਪ੍ਰੋਫੈਸਰ ਸੁਲੇਮਾਨ, ਬੈਰੂਤ ਕਾਲਜ ਦਾ ਪ੍ਰੋਫੈਸਰ। ਉਹ ਜਦੋਂ ਕਸਟਮਰ ਬਣ ਕੇ ਬੇਕਰੀ ਵਿੱਚ ਆਇਆ ਕਰੇ ਤਾਂ ਕਾਊਂਟਰ ਤੇ ਮੇਰੇ ਨਾਲ ਗੱਲਬਾਤ ਹੋਵੇ। ਫਿਰ ਇੱਕ ਦਿਨ ਕਹਿਣ ਲੱਗਾ, ਆਪਣੀ ਸ਼ਿਫਟ ਖਤਮ ਹੋਣ ਤੋਂ ਬਾਅਦ ਤੂੰ ਸ਼ਾਵਰ ਲੈ ਕੇ ਤਾਂ ਉਹ ਸਾਹਮਣੀ ਬਿਲਡਿੰਗ ਵਿੱਚ ਆਈ, ਉਹ ਮੇਰਾ ਥੀਏਟਰ ਆ। ਜਦੋਂ ਮੈਂ ਉੱਥੇ ਗਿਆ ਤਾਂ ਫਿਰ ਬਸ ਪਹਿਲੇ ਦਿਨ ਹੀ ਅਸੀਂ, ਪਹਿਲਾਂ ਸਾਡਾ ਰਿਸ਼ਤਾ ਕਸਟਮਰ ਵਾਲਾ ਸੀ ਤੇ ਫਿਰ ਸਾਡਾ ਦੋਸਤਾਂ ਵਾਲਾ ਹੋ ਗਿਆ ਤੇ ਫਿਰ ਉਹ ਮੇਰੇ ਉਸਤਾਦ ਬਣ ਗਏ, ਮੈਂ ਉਹਨਾਂ ਦਾ ਸ਼ਾਗਿਰਦ ਬਣ ਗਿਆ। ਗੱਲ ਇੱਥੇ ਮੈਂ ਲਿਆਉਣੀ ਚਾਹੁੰਦਾ ਕਿ ਜਦੋਂ ਉਹਨਾਂ ਨੇ ਮੈਨੂੰ ਅਰਬੀ ਸਿਖਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਬੀਰ ਦਾ ਮਤਲਬ ਹੈ ਵੱਡਾ। ਹਾਲਾਂਕਿ ਮੈਂ ਬਚਪਨ ਤੋਂ ਕਬੀਰ ਸਾਹਿਬ ਦੇ ਸਲੂਕ ਪੜ੍ਹਦਾ ਆਇਆ ਸੀ, ਪਰ ਅਰਥ ਦਾ ਕਦੀ ਖਿਆਲ ਨਹੀਂ ਸੀ ਕੀਤਾ ਕਿ ਕਬੀਰ ਦਾ ਲਫ਼ਜ਼ੀ ਮਤਲਬ ਹੈ ਵੱਡਾ। ਗੁਰੂ ਨਾਨਕ ਦੇਵ ਜੀ ਨੇ ਵੀ ਇਹ ਸ਼ਬਦ ਵਰਤਿਆ ਹੈ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਰਦਿਗਾਰ। ਇਸ ਸ਼ਬਦ ਦੇ ਵਿੱਚ ਕਬੀਰ ਦਾ ਮਤਲਬ ਵਾਕਈ ਪਰਮਾਤਮਾ ਹੈ, ਵਾਕਈ ਇਹਦਾ ਮਤਲਬ ਜਿਹੜਾ ਹੈ ਉਹ ਵੱਡਾ ਹੈ। ਅਸੀਂ ਅਕਸਰ ਦੇਖਦੇ ਹਾਂ ਬਾਣੀ ਵਿੱਚੋਂ ਕਿ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ ਕਬੀਰ ਸਾਹਿਬ, ਪਰ ਉਹਨਾਂ ਦਾ ਜਿਹੜਾ ਝੁਕਾਅ ਹੈ ਉਹ ਹਿੰਦੂ ਮਤ ਵੱਲ ਸੀ। ਸ਼ਰਾਫਤ ਤੇ ਵਫਾਦਾਰੀ ਉਹਨਾਂ ਦੀ ਰਾਗ ਰਾਗ ਦੇ ਵਿੱਚ ਸਮਾਈ ਹੋਈ ਸੀ। ਇਹ ਤੁਸੀਂ ਬਾਣੀ ਵਿੱਚੋਂ ਭਾਪ ਸਕਦੇ ਹੋ। ਇਹ ਉਹਨਾਂ ਤੇ ਵਾਹਿਗੁਰੂ ਦਾ ਵਰਦਾਨ ਸੀ ਕਿ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਇੱਕ ਵਾਰੀ ਕਹਿੰਦੇ ਕੱਪੜਾ ਵੇਚਣ ਗਏ ਮਾਰਕੀਟ ਦੇ ਵਿੱਚ ਤਾਂ ਕੋਈ ਗਰੀਬ ਮਿਲ ਗਿਆ ਜਿਹੜਾ ਤਨ ਬਦਨ ਤੇ ਕੋਈ ਕੱਪੜਾ ਨਹੀਂ ਸੀ, ਵਿਚਾਰੇ ਦੀ ਇੱਕੋ ਹੀ ਲੰਗੋਟੀ, ਤਾਂ ਕਬੀਰ ਸਾਹਿਬ ਜੀ ਆਪਣਾ ਸਾਰਾ ਕੱਪੜਾ ਉਹਨੂੰ ਦਾਨ ਕਰਿਆ। ਇਸ ਤਰ੍ਹਾਂ ਕਰਨਾ, ਕਹਿਣਾ ਤਾਂ ਸੌਖਾ ਹੈ ਲੇਕਿਨ ਕਰਨਾ ਬਹੁਤ ਔਖਾ ਹੈ। ਅਸੀਂ ਕਬੀਰ ਸਾਹਿਬ ਦੀਆਂ ਗੱਲਾਂ ਵੀ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਵੀ ਗੱਲਾਂ ਕਰਾਂਗੇ, ਪਰ ਨਾਲ ਨਾਲ ਆਓ ਉਹਨਾਂ ਦੀ ਬਾਣੀ ਵਿੱਚੋਂ ਇੱਕ ਬਹੁਤ ਹੀ ਪਿਆਰਾ ਸ਼ਬਦ ਹੈ। ਸ਼ਬਦ ਤਾਂ ਸਾਰੇ ਪਿਆਰੇ ਹੁੰਦੇ ਹਨ, ਇੱਥੇ ਮੇਰਾ ਪਿਆਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਸ਼ਬਦ ਬਹੁਤ ਜ਼ਿਆਦਾ ਗਾਇਆ ਗਿਆ ਹੈ, ਬਹੁਤ ਜ਼ਿਆਦਾ ਪਪੂਲਰ ਹੋਇਆ ਹੈ, ਹਰ ਮਨ ਪਿਆਰਾ ਸ਼ਬਦ ਹੈ। ਇੱਥੋਂ ਤੱਕ ਕਿ ਪਿਛਲੇ ਦਿਨਾਂ 'ਚ ਮੈਂ ਜਿੱਥੇ ਕੰਮ ਕਰਦਾ, ਕਾਊਂਟਰ ਤੇ ਕੰਮ ਕਰ ਰਿਹਾ ਸੀਗਾ ਚੈੱਕਆਊਟਸ ਤੇ, ਤਾਂ ਇੱਕ ਪਾਕਿਸਤਾਨੀ ਮੇਰਾ ਕਸਟਮਰ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਇੱਕ ਸ਼ਬਦ ਲਿਖ ਕੇ ਦਿਓ, ਬਾਬੇ ਨਾਨਕ ਦਾ ਕਲਾਮ ਲਿਖ ਕੇ ਦਿਓ ਉਰਦੂ ਅੱਖਰਾਂ ਵਿੱਚ। ਮੈਂ ਕਿਹਾ ਜੀ ਉਹ ਕਿਹੜਾ? ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਮੈਂ ਕਿਹਾ ਸੱਜਣਾ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਹੋਇਆ ਨਹੀਂ ਹੈਗਾ, ਇਹ ਭਗਤ ਕਬੀਰ ਜੀ ਦਾ ਲਿਖਿਆ ਹੋਇਆ ਹੈ। ਹਾਂ, ਬੇਸ਼ੱਕ, ਬੇਲਾ ਸ਼ੱਕ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਔਰ ਫਿਰ ਬਾਅਦ ਵਿੱਚ ਮੈਂ ਉਸ ਨੂੰ ਉਹ ਸ਼ਬਦ ਵੀ ਲਿਖ ਕੇ ਦਿੱਤਾ ਤੇ ਨਾਲ ਉਹਦੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਵੀ, ਕਿਉਂਕਿ ਇਹ ਸ਼ਬਦ ਇਤਨਾ ਆਸਾਨ ਹੈ, ਸਮਝ ਵਿੱਚ ਆਉਣ ਵਾਲਾ ਹੈ ਕਿ ਸਿੱਧਾ ਹਿੱਕ ਵਿੱਚ ਵੱਜਦਾ ਹੈ ਔਰ ਇਨਸਾਨੀ ਵੈਲਿਊ, ਇਨਸਾਨ ਦੀ ਕੀਮਤ ਨੂੰ ਸਪਸ਼ਟ ਕਰਦਾ ਹੈ। ਜਿੱਦਾਂ ਗੋਰੇ ਕਹਿੰਦੇ ਆ ਨਾ, ਮੈਨ ਇਜ਼ ਮੈਨ ਐਵਰੀਵੇਅਰ ਇਨ ਦਾ ਵਰਲਡ, ਕੁਛ ਇਸ ਤਰ੍ਹਾਂ ਦੀ ਗੱਲ ਇਸ ਸ਼ਬਦ ਵਿੱਚੋਂ ਮੈਨੂੰ ਨਜ਼ਰ ਆਉਂਦੀ ਹੈ। ਆਓ ਉਹ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਕਬੀਰ ਸਾਹਿਬ ਜੀ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1349 ਤੇ ਇਹ ਸ਼ਬਦ ਦਰਜ ਹੈ। ਕਬੀਰ ਜੀ ਲਿਖਦੇ ਹਨ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। Firstly, God created light, and then by his omnipotence
made all the mortals. एक नूर ते सब जग उपजिया, कौन भले को मंदे. From the one light has welled up the entire universe. Then who is good and who is bad? लोगा परम न भूलो भाई. O men, my brethren, stay not in doubt. खालिक खलक खलक में खालिक, पूर रहो सर्वठाई रहो. Creation is in the Creator, and the Creator is in creation. He is fully filling all places. Pause. माटी एक अनेक भांत कर, साजी साजन हारे. Clay is but the same, but the fashioner has fashioned it in various ways. ना कछपोच माटी के भांडे, ना कछपोच कुम्हारे. There is no fault with the vessel of clay, nor is there any fault with the potter. सब में सच्चाई को सोई, जिसका किया सब किछ होई. He, the one true Lord, is the midst all, and it's in his will that everything is done. हुक्म पछाना सोए को जाना, बंदा कहिए सोई. Whosoever realizes the Lord will, he alone knows the one Lord, and he alone is said to be his slave. Alho alakh na jai lakhya, gur gur dina meetha. The Lord is invisible and can be seen not. The Guru has blessed me with sweet molasses of his name. कहे कबीर मेरी शंका नासी, सरब निरंजन डीठा. Says Kabir, my doubt has been dispelled, and I now see the immaculate Lord everywhere. ਹਾਂਜੀ ਭੈਣ ਜੀ, ਹਾਂਜੀ ਆਜੋ ਭਾਜੀ, ਆ ਜਾਓ. ਕਰੋ ਹਾਂਜੀ, ਕਿਰਪਾ. ਕਬੀਰ ਜੀ ਦੀ ਜਿੰਨੀ ਵੀ ਆਪਾਂ ਸਿਫਤ ਉਹਨਾਂ ਦੀ ਕਰ ਸਕੀਏ, ਕਿ ਉਹਨਾਂ ਨੇ ਬਾਣੀ ਉਚਾਰ ਕੇ, ਸ਼ਲੋਕ ਕਹਿ ਕੇ ਸਾਡੇ ਮਨੁੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ. ਕਹਿੰਦੇ ਹਨ ਕਿ ਕਬੀਰ ਜੀ ਸੱਚੀ ਬਾਣੀ ਦਾ ਵਚਨ ਕਰਦੇ ਸਨ, ਪਖੰਡਾਂ ਭਰਮਾਂ ਤੋਂ ਸਾਨੂੰ ਬਚਾਉਂਦੇ ਸਨ, ਸੰਗਤਾਂ ਨੂੰ ਉਪਦੇਸ਼ ਕਰਦੇ ਸਨ. ਅਤੇ ਜੋ ਵੀ ਜਾਂਦਾ ਸੀ ਉਹਨਾਂ ਕੋਲ ਕਾਜ਼ੀ ਆਇਆ, ਪੰਡਤ ਆਇਆ, ਜੋਗੀ ਆਇਆ. ਜਿੱਥੇ ਕਬੀਰ ਜੀ ਦਾ ਜਿਨ੍ਹਾਂ ਨੂੰ ਪਖੰਡ ਦਿਸਿਆ ਨਾ, ਉੱਥੇ ਉਹਨਾਂ ਨੇ ਗੱਜ ਵੱਜ ਕੇ ਕਿਹਾ ਸੀ ਕਿ ਇਹ ਗਲਤ ਹੈ. ਸੋ ਉਹਨਾਂ ਨੇ ਜਿੱਥੇ ਗਲਤ ਸੀਗੀ ਉੱਥੇ ਗਲਤੀ ਉਹਨਾਂ ਨੂੰ ਦੱਸੀ ਆ. ਚਾਹੇ ਤੁਸੀਂ ਹੱਜ ਕਰ ਲਓ, ਚਾਹੇ ਤੁਸੀਂ ਤੀਰਥਾਂ ਤੇ ਚਲ ਜਾਓ, ਪਰ ਕਬੀਰ ਕਹਿੰਦੇ ਹਨ, ਕਬੀਰ ਅੱਲੇ ਕੀ ਕਰ ਬੰਦਗੀ, ਜੈ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟੇ, ਬੁਝੇ ਬੁਲੰਦੀ ਨਾਏ. ਕਹਿੰਦੇ ਹਨ ਕਿ ਸਿਮਰਨ ਕਰਨ ਨਾਲ ਹੀ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਸਕਦਾ ਹੈ. ਸੋ ਇਸ ਤਰ੍ਹਾਂ ਕਰਦੇ ਕਹਿੰਦੇ ਹਨ, ਜਿਹੜੇ ਪੰਡਤ ਸੀਗੇ, ਬ੍ਰਾਹਮਣ ਸੀਗੇ, ਪੀਰ ਕਾਜ਼ੀ ਸੀਗੇ, ਸਾਰੇ ਭਗਤ ਜੀ ਦੀ ਜੋ ਕਿ ਰਾਮ ਜਪਦੇ ਸੰਗਤਾਂ ਕਾਫੀ ਆ ਕੇ ਬੈਠਦੀਆਂ ਸਨ, ਬਚਨ ਬਿਲਾਸ ਕਰਦੀਆਂ ਸਨ ਪਿਆਰ ਨਾਲ. ਇਹ ਸਾਰੇ ਬਹੁਤ ਈਰਖਾ ਕਰਦੇ ਸਨ, ਤੇ ਕਰਦੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸ਼ਿਕਾਇਤ ਲਗਾਈ ਜਾਏ. ਸੋ ਸ਼ਿਕਾਇਤ ਉਸ ਵੇਲੇ ਉਹਨਾਂ ਨੇ, ਜਿਹੜਾ ਕਿ ਬਾਦਸ਼ਾਹ ਸੀ ਉਦੋਂ ਦਾ, ਰਾਜਾ ਬਾਦਸ਼ਾਹ ਸਿਕੰਦਰ ਲੋਧੀ, ਇਹ ਬਾਬਰ ਤੋਂ ਪਹਿਲਾਂ ਦੀ ਗੱਲ ਹੈ. ਬਾਬਰ ਜਦੋਂ ਆਇਆ ਬਾਦਸ਼ਾਹ, ਉਸ ਤੋਂ ਪਹਿਲਾਂ ਸਿਕੰਦਰ ਲੋਧੀ ਹੋਣੀ ਉਦੋਂ ਰਾਜ ਕਰਦੇ ਸਨ. ਸਿਕੰਦਰ ਲੋਧੀ ਹੋਣਾ ਕੋਲ ਆਏ, ਪੰਡਤਾਂ ਤੇ ਸਾਰੀ ਸ਼ਿਕਾਇਤ ਕੀਤੀ ਕਿ ਸਾਡਾ ਜਿਸ ਤਰ੍ਹਾਂ ਵੀ ਥੋੜਾ ਬਾਲਾ ਵਪਾਰ ਸੀਗਾ, ਝੂਠ ਦਾ ਜਾਂ ਸੱਚ ਦਾ, ਜੋ ਵੀ ਇਹ ਪੰਡਤਾਂ ਕੋਲ ਆਉਂਦਾ ਸੀਗਾ, ਕੁਛ ਵੀ ਕਹਿ ਕੇ ਉਹਨਾਂ ਨੂੰ ਦੇ ਕੇ ਦਵਾਈ ਜਾਂ ਕੁਛ ਵੀ ਦੇ ਕੇ ਉਹਨਾਂ ਦਾ ਖਰਚਾ ਪੂਰਾ ਹੁੰਦਾ ਸੀ, ਪੈਸਾ ਮਿਲਦਾ ਸੀ ਉਹਨਾਂ ਨੂੰ, ਵਪਾਰ ਕਰਦੇ ਸਨ. ਉਹ ਵੀ ਕਹਿੰਦੇ ਕਿ ਸਾਡਾ ਹੁਣ ਬੰਦ ਹੋਈ ਜਾਂਦਾ ਹੈ, ਅਸੀਂ ਕੀ ਕਰੀਏ. ਭਗਤ ਜੀ ਹੋਣੀ ਸਾਡਾ ਸਾਰਾ ਇਹ ਵਪਾਰ ਆਪਣੇ ਵੱਲ ਖਿੱਚੀ ਜਾਂਦੇ ਹਨ. ਤਾਂ ਭਗਤ ਜੀ ਹੋਣਾ ਦੇ ਘਰ ਇੰਨਾ ਰਾਸ਼ਨ ਪਾਣੀ ਹੈ, ਸੰਗਤਾਂ, ਭਗਤ, ਫਕੀਰ, ਗਰੀਬ ਸਾਰੇ ਇਹਨਾਂ ਦੇ ਘਰ ਕਹਿੰਦੇ ਲੰਗਰ ਛਕਦੇ ਆ, ਪਰ ਫਿਰ ਵੀ ਕੋਈ ਤੋਟ ਨਹੀਂ ਆਉਂਦੀ. ਸ਼ਿਕਾਇਤ ਲਏ ਉਹਨਾਂ ਕੋਲ ਜਾ ਕੇ. ਲੋਧੀ ਜੀ ਹੋਣਾ, ਜਿਹੜੇ ਸਿਕੰਦਰ ਲੋਧੀ ਹੋਣੀ ਸਨ, ਕਹਿੰਦੇ ਹਨ ਕਿ ਭਗਤ ਜੀ ਨੂੰ ਬੁਲਾਓ. ਸੋ ਇਸ ਤਰ੍ਹਾਂ ਕਰਦੇ ਭਗਤ ਜੀ ਹੋਣਾ ਨੂੰ ਬੁਲਾਇਆ. ਤਾਂ ਭਗਤ ਜੀ ਹੋਣਾ ਨੂੰ ਉਹਨਾਂ ਨੇ ਪਹਿਲਾਂ ਕੀ ਕੀਤਾ ਕਿ ਇਹਨਾਂ ਨੂੰ ਹੁਣ ਕੋਈ ਸਜ਼ਾ ਦਈਏ, ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਮਰਵਾ ਦਈਏ. ਉਹਨਾਂ ਨੇ 3 ਵਾਰ, ਸਿਕੰਦਰ ਲੋਧੀ ਨੇ ਕਹਿੰਦੇ ਹਨ ਕਿ 3 ਵਾਰ ਭਗਤ ਕਬੀਰ ਜੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ. ਪਹਿਲਾਂ ਕਹਿੰਦੇ ਹਨ ਕਿ ਉਹਨਾਂ ਨੂੰ ਕਿ ਗੰਗਾ ਵਿੱਚ ਸੰਗਲ ਬੰਨ੍ਹ ਕੇ, ਹੱਥ ਪੈਰ ਬੰਨ੍ਹ ਕੇ
ਪੱਥਰ ਜਿਹਾ ਬੰਨ ਕੇ ਗੰਗਾ ਦੇ ਗੱਭੇ ਜਾ ਕੇ ਇਹਨਾਂ ਨੂੰ ਡਬੋ ਦਿਓ, ਸੁੱਟ ਦਿਓ, ਤਾਂ ਕਿ ਇਹ ਇਸ ਜੱਗ ਤੋਂ ਚਲੇ ਜਾਣ, ਤਾਂ ਪੰਡਤ ਪਖੰਡਰ ਜਿਹੜੇ ਹੈਗੇ ਆ ਉਹਨਾਂ ਦਾ ਰਾਜ ਚੱਲੇ। ਪਰ ਫਿਰ ਵੀ ਕਹਿੰਦੇ ਹਨ ਕਿ ਕਬੀਰ ਜੀ ਨੂੰ ਬੰਨਿਆ ਤਾਂ ਸੀ ਉਹਨਾਂ ਨੇ। ਗੰਗ ਗਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। गंगा की लहर मेरी टूटी जंजीर, मृगशाला पर बैठे कबीर, कह कबीर को संग ना साथ, जल था राखण है रघुनाथ। इन्ना सोहना उन्होंने ਇਹ ਸਾਰੀ ਬਾਣੀ 'ਚ ਰੱਖਿਆ ਹੈ। ਕਹਿੰਦੇ ਹਨ ਕਬੀਰ ਕਹਿੰਦੇ ਹਨ ਕਿ ਮੈਨੂੰ ਉਹਨਾਂ ਨੇ ਗੰਗਾ ਵਿੱਚ ਸੰਗਲ ਬੰਨ੍ਹ ਕੇ ਬਿਠਾ ਦਿੱਤਾ, ਪਰ ਮੇਰਾ ਮਨ ਨਹੀਂ ਡੋਲਿਆ। ਮੈਂ ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਕੀਤਾ। ਸੰਗਲ ਸਾਰੇ ਕਹਿੰਦੇ ਜਦੋਂ ਮੈਂ ਗੰਗਾ ਸੁੱਟਿਆ, ਸੰਗਲ ਮੇਰੇ ਸਾਰੇ ਟੁੱਟ ਗਏ। ਕਹਿੰਦੇ ਹਨ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਸਾਰੇ ਕਹਿੰਦੇ ਜੰਜੀਰਾਂ ਟੁੱਟ ਗਈਆਂ। ਸੋ ਭਗਤ ਜੀ ਹਨ ਮਿਰਗਸ਼ਾਲਾ, ਜਿਸ ਤਰ੍ਹਾਂ ਨਹੀਂ ਪਾਣੀ ਦੇ ਉੱਪਰ ਕੋਈ ਬੈਠਾ ਹੁੰਦਾ, ਇਸ ਤਰ੍ਹਾਂ ਕਹਿੰਦੇ ਉੱਪਰ ਆ ਕੇ ਪਾਣੀ ਦੇ ਉੱਪਰ ਇਸ ਤਰ੍ਹਾਂ ਲੱਗਦੇ ਸਨ ਕਿ ਪਾਣੀ ਦੇ ਉੱਪਰ ਬੈਠੇ ਹਨ। ਸੋ ਇਹ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਇਹ ਪਹਿਲੀ ਵਾਰੀ ਕੋਸ਼ਿਸ਼ ਕੀਤੀ, ਦੂਜੀ ਵਾਰੀ ਵੀ ਕਹਿੰਦੇ ਉਹਨਾਂ ਨੇ ਦੂਜੀ ਵਾਰੀ ਵੀ ਕੋਸ਼ਿਸ਼ ਕੀਤੀ ਕਿ ਅੱਗ ਵਿੱਚ ਸਾੜਿਆ ਜਾਵੇ, ਖੰਭੇ ਨਾਲ ਬੰਨ੍ਹ ਕੇ ਆਲੇ ਦੁਆਲੇ ਕਹਿੰਦੇ ਅੱਗ ਲਾ ਕੇ ਕਬੀਰ ਜੀ ਨੂੰ ਕਹਿੰਦੇ ਹਨ ਕਿ ਇੱਥੇ ਸਾੜ ਦਿੱਤਾ ਜਾਵੇ। ਪਰ 3-4 ਘੰਟੇ ਅੱਗ ਲਾਟਾਂ ਬਲਦੀਆਂ ਰਹੀਆਂ, ਪਰ ਜਦੋਂ ਅੱਗ ਠੰਡੀ ਹੋਈ ਤਾਂ ਦੇਖਿਆ ਕਬੀਰ ਜੀ ਖੰਭੇ ਦੇ ਕੋਲ ਬੈਠੇ ਹਨ, ਬਸ ਚੌਂਕੜਾ ਲੱਗਿਆ ਹੈ, ਕੀ ਜਪਦੇ ਹਨ? ਰਾਮ 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 ਰਾਮ, ਉਸ ਵਾਹਿਗੁਰੂ ਨੂੰ ਜਪਦੇ ਹਨ। ਇਹ ਦੂਜੀ ਵਾਰੀ ਸੀਗਾ। ਫਿਰ ਵੀ ਕਬੀਰ ਜੀ ਬਚ ਗਏ। ਅਜੁਗ ਜੁਗ ਭਗਤ ਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਪਰਮਾਤਮਾ ਉਹਨਾਂ ਭਗਤਾਂ ਦੀ ਪੈਜ ਰੱਖਦਾ ਹੈ ਜਿਹੜੇ ਭਗਤ ਗੁਰੂ ਦੇ ਪਿਆਰੇ ਹਨ, ਜਿਹੜੇ ਗੁਰੂ ਦੇ ਨਾਮ ਵਿੱਚ ਇੱਕ ਚਿੱਤ ਲਾ ਕੇ ਰਚ ਮਿਚ ਹੋ ਕੇ ਮੰਨਦੇ ਹਨ। ਤੀਜੀ ਵਾਰੀ ਫੇਰ ਉਹਨਾਂ ਨੇ ਕੋਸ਼ਿਸ਼ ਕੀਤੀ। ਸੌਰੀ ਭਾਜੀ, ਮੈਂ ਥੋੜਾ ਟਾਈਮ ਲੈ ਰਹੀ। ਜ਼ਰੂਰ। ਤੀਜੀ ਵਾਰੀ ਫੇਰ ਕੋਸ਼ਿਸ਼ ਕੀਤੀ। ਕਹਿੰਦੇ ਹਨ ਕਿ ਹਾਥੀ ਨੂੰ, ਮਸਤ ਹਾਥੀ ਨੂੰ ਲਿਆ ਕੇ ਕਹਿੰਦੇ ਹਨ ਕਿ ਹਾਥੀ ਦੇ ਥੱਲੇ ਦੇ ਪੈਰ ਥੱਲੇ ਦਬਾ ਕੇ ਭਗਤ ਜੀ ਉਹਨਾਂ ਨੂੰ ਮਾਰਿਆ ਜਾਵੇ। ਪਰ ਕਿੱਥੇ, ਜਦੋਂ ਹਾਥੀ ਕਹਿੰਦੇ ਉਹ ਜਿਹੜਾ ਬੈਠਾ ਸੀ ਹਾਥੀ ਦੇ ਉੱਪਰ, ਥੋੜਾ ਜਿਹਾ ਮਾਰ ਕੇ ਉਹਨੂੰ ਜਿੱਦਾਂ ਹਿਲਾ ਰਿਹਾ ਸੀ ਕਿ ਤੂੰ ਜਲਦੀ ਜਾ ਕੇ ਭਗਤ ਜੀ ਉਹਨਾਂ ਦੇ ਉੱਤੇ ਪੈਰ ਰੱਖਤਾ, ਭਗਤ ਜੀ ਉਹਨਾਂ ਦਾ ਕਰਦੀ ਹੈ ਪੂਰਾ। ਪਰ ਨਹੀਂ, ਜਦੋਂ ਹਾਥੀ ਕਹਿੰਦੇ ਉਹਨਾਂ ਦੇ ਕੋਲ ਗਿਆ, ਹਾਥੀ ਦੀ ਨਿਗਾਹ ਜਦੋਂ ਭਗਤ ਜੀ ਉਹਨਾਂ ਦੀ ਦਰਸ਼ਨ ਕੀਤੇ ਨਾ ਉਹਨੇ, ਹਾਥੀ ਬਸ ਪਿੱਛਾ ਮੁੜ ਗਿਆ। ਹਾਥੀ ਨੇ ਕੁਛ ਨਹੀਂ ਕਿਹਾ, ਹਾਥੀ ਪਿੱਛਾ ਮੁੜ ਗਿਆ। 3 ਵਾਰ ਪਤੀਆ ਲੀਨਾ, 3 ਵਾਰ ਉਹਨਾਂ ਨੇ ਕਹਿੰਦੇ ਕਿ 3 ਵਾਰ ਕੋਸ਼ਿਸ਼ ਕੀਤੀ ਮਾਰਨ ਦੀ। ਮਨ ਕਠੋਰ ਅਜੂ ਨਾ ਪਤੀਨਾ, ਉਹ ਹਾਲੇ ਵੀ ਨਹੀਂ ਮੰਨਿਆ ਸਿਕੰਦਰ ਲੋਧੀ। ਫਿਰ ਕਹਿੰਦੇ ਹਨ ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਚੌਥੇ ਪਦ, ਚੌਥਾ ਪਦ ਕੀ ਹੁੰਦਾ? ਉਹ ਪਰਮਾਤਮਾ ਦਾ ਨਾਮ। ਉਹ ਪਰਮਾਤਮਾ ਵਿੱਚ ਆਨੰਦ ਆ ਗਿਆ ਉਹਨਾਂ ਨੂੰ, ਉਹ ਪਰਮਾਤਮਾ ਵਿੱਚ ਲੀਨ ਹੋ ਗਏ। ਸੋ ਇਸ ਤਰ੍ਹਾਂ ਕਹਿੰਦੇ ਹਨ ਸਿਕੰਦਰ ਲੋਧੀ ਇਹ ਸਾਰਾ ਕੁਝ ਦੇਖ ਕੇ ਫਿਰ ਉਹ ਕਹਿੰਦੇ ਹਨ ਕਿ ਸਮਝ ਗਿਆ ਇਹ ਇਸ ਨਾਲੋਂ ਵੱਡੀ ਹੋਰ ਕਿਹੜੀ ਸ਼ਕਤੀ ਹੋ ਸਕਦੀ ਹੈ। ਇਹ ਕੋਈ ਅਕਾਲ ਪੁਰਖ ਦੀ ਸ਼ਕਤੀ ਹੈ। ਭਗਤ ਕਬੀਰ ਤੇ ਆ ਕੇ ਮੱਥਾ ਟੇਕਿਆ, ਆਪਣੀ ਮਾਫੀ ਮੰਗੀ, ਭੁੱਲਾਂ ਬਖਸ਼ਾਈਆਂ ਆਪਣੀਆਂ ਕਿ ਸੱਚੇ ਪਿਤਾ ਮਾਫ ਕਰੋ ਮੈਨੂੰ। ਕਬੀਰ ਜੀ ਤੇ ਹੁਣ ਸੋਚਿਆ ਕਬੀਰ ਜੀ ਨੇ, ਪੰਡਤ ਹਾਲੇ ਵੀ ਜਿਹੜੇ ਪੰਡਤ ਸਨ ਉੱਥੇ ਦੇ ਬ੍ਰਾਹਮਣ, ਉਹ ਹਾਲੇ ਵੀ ਉਹਨਾਂ ਚੀਜ਼ ਖਾਸੀ, ਹਾਲੇ ਵੀ ਖਾਸੀ। ਸੋ ਇਸ ਤਰ੍ਹਾਂ ਭਗਤ ਜੀ ਉਹਨਾਂ ਨੇ ਸੋਚਿਆ ਕਿ ਬੰਦਗੀ ਵਿੱਚ ਇੰਨਾ ਵਿਘਨ ਪੈਂਦਾ ਹੈ। ਬੰਦਗੀ ਕਰਦੇ ਕਰਦੇ ਉਹਨਾਂ ਨੇ ਉਹ ਜਗ੍ਹਾ ਛੱਡ ਕੇ ਨਾ, ਕਹਿੰਦੇ ਹਨ ਕਿ ਇੱਕ ਜਗ੍ਹਾ ਸੀ ਮਗਰ, ਉਧਰ ਚਲੇ ਗਏ। ਉੱਥੇ ਜਾ ਕੇ ਸੰਗਤਾਂ ਵੀ ਹੌਲੀ ਹੌਲੀ ਪਿੱਛੇ ਟਿਕਾਣਾ ਲਾ ਲਿਆ। ਸੰਗਤਾਂ ਨੇ ਵੀ ਜਾ ਕੇ ਪਹੁੰਚ ਗਈਆਂ ਉੱਥੇ ਕਿ ਚਲੋ ਜਿਹੜੇ ਭਗਤ ਨੂੰ ਮੰਨਦੇ ਸਨ, ਪਿਆਰ ਵਾਲੇ ਸਨ, ਸੱਚੀ ਭਗਤੀ ਕਰਨੇ ਵਾਲੇ ਸਨ, ਉਹਨਾਂ ਨੂੰ ਸਮਝ ਆ ਗਈ ਕਿ ਭਗਤ ਜੀ ਹੁਣੀ ਰਾਮ ਰਾਮ ਵਿੱਚ ਐਸੇ ਰਮ ਗਏ ਹਨ ਕਿ ਇਹ ਹੁਣ ਸੱਚੇ ਪਿਤਾ ਦੇ ਰੋਮ ਰੋਮ ਵਿੱਚ ਵਸਿਆ ਇਹਨਾਂ ਦੇ। ਸੋ ਇਸ ਤਰ੍ਹਾਂ ਭਗਤ ਕਬੀਰ ਜੀ ਹੋਣੀ ਮਗਰ ਪਿੰਡ ਜਾ ਕੇ ਬਸ ਬੰਦਗੀ ਕਰਦੇ ਰਹੇ, ਜੁੜੇ ਰਹੇ। ਅੰਤ ਵਿੱਚ ਸਾਰਿਆਂ ਨੂੰ ਸਮਝ ਆ ਗਈ ਕਿ ਭਗਤ ਕਬੀਰ ਜੀ ਇੱਕ ਸੱਚੇ ਰਾਮ ਦੇ ਭਗਤ ਸਨ। ਜਨਮ ਉਹਨਾਂ ਦਾ ਕਹਿੰਦੇ ਸਨ ਕਿ ਮੁਸਲਿਮ ਪਰਿਵਾਰ ਵਿੱਚ ਹੋਏ ਸੀ, ਤਾਂ ਹੀ ਉਹ ਪੰਡਤ ਈਰਖਾ ਕਰਦੇ ਸਨ ਕਿ ਇਹ ਆਪਣੇ ਧਰਮ ਨੂੰ ਨਹੀਂ ਮੰਨਦੇ, ਇਹ ਰਾਮ ਨੂੰ ਕਿਉਂ ਮੰਨਦੇ। ਪਰ ਅੱਲਾ, ਰਾਮ, ਵਾਹਿਗੁਰੂ, ਉਹਨਾਂ ਨੇ ਸਮਝਿਆ ਕਿ ਇੱਕੋ ਹੀ ਰੱਬ ਹੈ, ਇੱਕੋ ਰਾਮ ਹੈ। ਸੋ ਉਹਨਾਂ ਨੇ ਬਸ ਜਿਹੜਾ ਉਹ ਠੋਡਾ ਲੱਗਿਆ ਸੀ ਨਾ, ਉਹ ਠੋਡੇ ਤੋਂ ਉਹਨਾਂ ਕਿਹਾ ਸੀ ਉੱਠ ਨਾਮ ਜਪ, ਰਾਮ ਜਪ। ਉਹਨਾਂ ਨੇ ਸਮਝਿਆ ਕਿ ਜਿਹੜਾ ਰਾਮ ਸ਼ਬਦ ਹੈ ਨਾ, ਇਹੀ ਮੇਰੇ ਵਾਸਤੇ ਸਿੱਖਿਆ ਹੈ। ਬਸ ਉਹਨਾਂ ਨੇ ਐਸਾ ਰਾਮ ਪਕੜਿਆ ਕਿ ਰਾਮ ਰਾਮ ਜਪਦੇ ਜਪਦੇ ਕਹਿੰਦੇ ਹਨ ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਕਹਿੰਦੇ ਹਨ ਕਿ ਸ਼ਲੋਕ ਵਿੱਚ ਐਸਾ ਲਿਖਿਆ ਹੈ ਕਿ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮਾਈ ਮਾਈਂਡ ਹੈਜ਼ ਬਿਕਮ ਇਨਮੈਕੂਲੇਟ ਵਿਦ ਗੰਗਾਸ ਵਾਟਰ, ਕਿ ਜਿੱਦਾਂ ਗੰਗਾ ਪਵਿੱਤਰ ਹੈ ਨਾ, ਮੇਰਾ ਮਨ ਵੀ ਐਸਾ ਪਵਿੱਤਰ ਹੋ ਗਿਆ ਹੈ। ਦ ਲਾਰਡ ਫੋਲੋਜ਼ ਮੀ। ਵਾਹਿਗੁਰੂ ਕਹਿੰਦੇ
ਪਾਛੇ ਲਾਗੋ ਹਰ ਫਿਰੇ। The Lord follows me saying, ਕਬੀਰ ਓ ਕਬੀਰ। ਕਬੀਰ ਨੂੰ ਜਪਦੇ ਜਪਦੇ ਸੋ ਐਸੇ ਭਾਜੀ ਰਾਮ ਰਾਮ ਜਪਦੇ ਜਪਦੇ ਕਬੀਰ ਨੇ ਵਾਹਿਗੁਰੂ ਚ ਇੱਕ ਭੇਦ ਹੋ ਗਏ। ਹਾਂਜੀ ਭਾਜੀ। ਵਾਹ ਜੀ ਵਾਹ। ਸੰਨ 1996 ਵਿੱਚ ਸਾਨੂੰ ਅਸਰ ਰਸੂਖ ਵਾਲੇ ਦੋਸਤ ਸਰਾਪਾਲ ਸਿੰਘ ਜੀ ਪਨੇਸਰ ਹੋਰਾਂ ਨੇ ਸੰਗਤਾਂ ਦੀ ਆਸ਼ੀਰਵਾਦ ਸਦਕਾ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਨੂੰ ਬੋਲਟਨ ਰੋਡ ਬ੍ਰੈਡਫੋਰਡ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਜੀ ਆਇਆਂ ਕਹਿਣ ਦਾ ਮੌਕਾ ਨਸੀਬ ਹੋਇਆ। ਬਾਈ ਵਾਹ। ਮੰਨਿਆ ਪਰਮੰਨਿਆ ਫਿਲਾਸਫਰ ਸਾਡੀਆਂ ਅੱਖੀਆਂ ਦੇ ਸਾਹਮਣੇ ਇਉਂ ਲੱਗਿਆ ਜਿਵੇਂ ਸਮਾਂ ਰੁਕ ਗਿਆ ਹੋਵੇ, ਜਿਵੇਂ ਕੋਈ ਦੇਵਤਾ ਕੋਈ ਫਰਿਸ਼ਤਾ ਜ਼ਿਮੀ ਤੇ ਆ ਗਿਆ ਹੋਵੇ। ਪਹਿਲੀ ਮੁਲਾਕਾਤ ਵਿੱਚ ਹੀ ਅਸੀਂ ਘੇ ਸ਼ੱਕਰ ਹੋ ਗਏ। ਗਿਆਨ ਦੀਆਂ ਝੋਲੀਆਂ ਭਰਨ ਵਾਲੇ ਗੁਰਸਿੱਖਾਂ ਜਿਗਿਆਸੂਆਂ ਦੇ ਨਾਲ ਬੋਲਟਨ ਰੋਡ ਗੁਰਦੁਆਰਾ ਸਾਹਿਬ ਭਰਿਆ ਹੋਇਆ ਸੀ। ਮਸਕੀਨ ਸਾਹਿਬ ਨੇ ਗੱਲ ਸ਼ੁਰੂ ਕੀਤੀ, ਕਹਿਣ ਲੱਗੇ ਇੱਕ ਵਾਰੀ ਕਬੀਰ ਜੀ ਦੇ ਘਰ ਸੰਤ ਪ੍ਰਾਹੁਣੇ ਆ ਗਏ। ਘਰ ਵਿੱਚ ਜੋ ਕੁਝ ਹਾਜ਼ਰ ਸੀ ਉਹਨਾਂ ਨੂੰ ਲੰਗਰ ਬਣਾ ਕੇ ਛਕਾ ਦਿੱਤਾ ਤੇ ਬਾਅਦ ਵਿੱਚ ਆਪ ਤੇ ਆਪਣੇ ਪਰਿਵਾਰ ਨੂੰ ਭੁੱਜੇ ਛੋਲੇ ਖਵਾ ਕੇ ਡੰਗ ਟਪਾਈ ਕੀਤੀ। ਬਾਈ ਵਾਹ। ਇਹਨੂੰ ਕਹਿੰਦੇ ਹਨ ਆਪਣਾ ਬੇਗਾਰ ਬਿਰਾਨਾ ਸਾਂਡੇ। ਜਦੋਂ ਮੈਂ ਕਬੀਰ ਜੀ ਦੇ ਇਹ ਇਨਕਲਾਬੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦਾ ਹਾਂ, ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ। ਦਮਾਮਾ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿੱਚ ਹੈ ਦਮਦਮਾ, ਯਾਨੀ ਕਿ ਨਗਾਰਾ। ਪੰਜਾਬੀ ਵਿੱਚ ਆ ਕੇ ਉਹ ਦਮਾਮਾ ਹੋ ਗਿਆ। ਬਹੁਤ ਸਾਰੇ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਫਾਰਸੀ ਚੋਂ ਆਏ ਹਨ ਉਹਨਾਂ ਦੀ ਮੈਂ ਸਟੱਡੀ ਕੀਤੀ ਹੈ ਔਰ ਬਾਕਾਇਦਾ ਪੰਜਾਬੀ ਤੇ ਫਾਰਸੀ ਦੀ ਸਾਂਝ ਪੂਰੀ ਕਿਤਾਬ ਲਿਖੀ ਹੈ। ਤੁਸੀਂ ਉਹ ਪੜ੍ਹੋ, ਕਿਤੇ ਮੌਕਾ ਲੱਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਾਰਸੀ ਦੇ ਇਤਨੇ ਸ਼ਬਦ ਹਨ ਕਿ ਜੇ ਆਪਾਂ ਉਹਨਾਂ ਨੂੰ ਅੱਜ ਦੀ ਪੰਜਾਬੀ ਵਿੱਚੋਂ ਕੱਢ ਦਈਏ ਤਾਂ ਸਾਡੀ ਅੱਜ ਦੀ ਪੰਜਾਬੀ ਜਿਹੜੀ ਆ ਉਹ ਲੰਗੜੀ ਹੋ ਜਾਵੇਗੀ, ਤੁਰ ਨਹੀਂ ਸਕੇਗੀ। ਸਾਨੂੰ ਇਉਂ ਲੱਗਦਾ ਹੈ ਕਿ ਉਹ ਸਾਡੇ ਹੀ ਹਨ। ਖੈਰ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰਾਏ ਕਬਹੂ ਨਾ ਛਾੜੈ ਖੇਤ। ਮੈਨੂੰ ਤਾਂ ਇਉਂ ਲੱਗਦਾ ਹੈ ਕਿ ਕਬੀਰ ਜੀ ਸਿਰਫ ਸੰਤ ਹੀ ਨਹੀਂ ਸਗੋਂ ਸਿਪਾਹੀ ਵੀ ਸਨ। ਇਹੋ ਜਿਹੇ ਜ਼ਬਰਦਸਤ ਜ਼ੋਰਦਾਰ ਸ਼ਬਦ ਸਿਰਫ ਇੱਕ ਸਿਪਾਹੀ ਕਹਿ ਸਕਦਾ ਹੈ ਤੇ ਜਾਂ ਫਿਰ ਸੰਤ ਅਤੇ ਸਿਪਾਹੀ ਕਹਿ ਸਕਦਾ ਹੈ। ਉਹ ਨਿਰੇ ਭਗਤ ਹੀ ਨਹੀਂ ਸਨ, ਸੂਰਮੇ ਵੀ ਸਨ। ਉਹ ਦਾਤਾ ਵੀ ਸਨ, ਆਪਣਾ ਸਾਰਾ ਕੱਪੜਾ ਕਿਸੇ ਲੋੜਵੰਦ ਨੂੰ ਦੇ ਸਕਦੇ ਹਨ। ਇਹੋ ਜਿਹੇ ਸ਼ਬਦ ਲਿਖਦੇ ਹਨ, ਸੂਰਮੇ ਹਨ ਤੇ ਭਗਤ ਹੋਣ ਦੀ ਗੱਲ ਭੈਣ ਜੀ ਨੇ ਦੱਸੀ ਹੈ। ਇੱਕ ਇਹੀ ਲਾਈਨ ਜਿਹੜੀ ਆ ਇਸ ਗੱਲ ਵਾਸਤੇ ਕਾਫੀ ਹੈ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਸੋ ਮੈਨੂੰ ਰਾਮਾਇਣ ਦੇ ਕਵੀ ਤੁਲਸੀਦਾਸ ਦੀ ਗੱਲ ਯਾਦ ਆ ਗਈ। ਜਨਨੀ ਜਨੇ ਤੋਂ ਭਗਤ ਜਨ ਕਿਆ ਦਾਤਾ ਕਿਆ ਸ਼ੂਰ, ਨਾਹੀਂ ਤਾਂ ਜਨਨੀ ਬਾਜਰੋ ਕਾਹੇ ਗਵਾਵੇਂ ਨੂਰ। ਵਿਰਲੀਆਂ ਇਹੋ ਜਿਹੀਆਂ ਹਸਤੀਆਂ ਹੁੰਦੀਆਂ ਹਨ, ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਇਹ ਤਿੰਨੇ ਗੁਣ ਹੋਣ ਔਰ ਕਬੀਰ ਜੀ ਉਹਨਾਂ ਵਿੱਚੋਂ ਇੱਕ ਸਨ। 7000 ਜ਼ਖਮੀ ਰੁਬਾਈਆਂ ਦੀ ਕਿਤਾਬ ਵਿੱਚੋਂ ਇੱਕ ਰੁਬਾਈ ਲੈ ਕੇ ਆਇਆ। ਉਮਰ ਸੀ 120 ਸਾਲ। ਉਮਰ ਸੀ 120 ਸਾਲ। ਆਯੂ ਕਬੀਰ ਗਿਆਨ ਕਬੀਰ, ਰਾਮਾਨੰਦ ਤੋਂ ਲਿਆ ਉਪਦੇਸ਼, ਸਤਕਾਰ ਕਰਦੇ ਅਮੀਰ ਵਜ਼ੀਰ। ਸਿਕੰਦਰ ਲੋਧੀ ਨੂੰ ਮੱਤ ਦਿੱਤੀ, ਲੋਕਾਂ ਦੇਖੀ ਰੱਬੀ ਤਸਵੀਰ। ਕਬੀਰ ਨੇ ਭਰਮ ਨਿਵਾਰੇ ਜ਼ਖਮੀ, ਸੱਚ ਦੀ ਜਿੱਤ ਹੋਈ ਅਖੀਰ। ਕਬੀਰ ਜੀ ਦਾ ਵਿਆਹ ਮਾਤਾ ਲੋਈ ਜੀ ਨਾਲ ਹੋਇਆ, ਜਿਨ੍ਹਾਂ ਤੋਂ 2 ਬੱਚੇ, ਬੇਟਾ ਕਮਾਲ ਅਤੇ ਬੇਟੀ ਕਮਾਲੀ ਪੈਦਾ ਹੋਈ। ਕਾਸ਼ੀ ਸ਼ਹਿਰ ਵਿੱਚ, ਇਸ ਸ਼ਹਿਰ ਦਾ ਨਾਂ ਕਾਸ਼ੀ ਹੈ ਔਰ ਮੈਂ ਦੇਖਦਾ ਹਾਂ ਕਿ 90% ਲੋਕ ਇੱਕ ਦੂਜੇ ਕੋਲੋਂ ਸੁਣ ਕੇ ਕਾਂਚੀ ਕਹੀ ਜਾਂਦੇ, ਕਾਂਚੀ ਕਹੀ ਜਾਂਦੇ, ਪਾਠੀ ਵੀ ਕਾਂਚੀ ਕਹੀ ਜਾਂਦੇ, ਜਦ ਕਿ ਸਾਹਮਣੇ ਕਾਸ਼ੀ ਲਿਖਿਆ ਹੋਇਆ ਹੈ ਤਾਂ ਉਹ ਕਾਂਚੀ ਪਤਾ ਨਹੀਂ ਕਿਉਂ ਕਹਿੰਦੇ ਆ। ਸੋ ਪਤਾ ਨਹੀਂ, ਇਹ ਮੇਰੀ ਆਦਤ ਹੈ ਕਿ ਮੈਂ ਗ੍ਰਾਮਰ ਨੂੰ ਨਾਲ ਲੈ ਕੇ ਚੱਲਦਾ ਹਾਂ ਔਰ ਮੈਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਅੱਜ ਦੇ ਯੁੱਗ ਵਿੱਚ ਸਾਡੇ ਪਾਠੀ ਸਿੰਘ ਪਾਠ ਕਰਦਿਆਂ ਹੋਇਆਂ ਗ੍ਰਾਮਰ ਬਿਲਕੁਲ ਛੱਡੀ ਜਾਂਦੇ ਹਨ। 2 ਲਾਵਾਂ ਦੀ ਥਾਂ ਤੇ ਸੁਖਮਨੀ ਸਾਹਿਬ ਦੇ ਵਿੱਚ ਸਿਰਫ 1 ਲਾਂ ਦੇ ਨਾਲ ਪੂਰੀ ਸੁਖਮਨੀ ਪੜ੍ਹਨ ਵਾਲੇ ਵੀ
ਮੈਂ ਲੋਕ ਦੇਖਦਾ ਹਾਂ ਜੋ ਚੈਨਲਾਂ ਤੇ ਕੰਮ ਕਰਦੇ ਹਨ, ਉਹਨਾਂ ਦੇ ਪਾਠ ਵੀ ਇਤਨੇ ਸਾਦਾ ਹੋ ਗਏ ਹਨ। ਉਹ ਸੋਚਦੇ ਹਨ ਕਿ ਪੰਜਾਬੀ ਵਿੱਚ ਤੇ ਗੁਰਬਾਣੀ ਵਿੱਚ ਕੋਈ ਫਰਕ ਨਹੀਂ। ਲੇਕਿਨ ਮੈਂ ਇਹ ਗੱਲ ਜ਼ੋਰਦਾਰ ਸ਼ਬਦਾਂ ਵਿੱਚ ਬੇਨਤੀ ਰੂਪ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਜਿਤਨੀ ਦੇਰ ਅਸੀਂ ਸੰਥਿਆ ਨਹੀਂ ਲੈਂਦੇ, ਲੈਸਨ ਨਹੀਂ ਲੈਂਦੇ, ਜੇ ਇੰਗਲੈਂਡ ਵਿੱਚ ਸਾਰੇ ਕੰਮਾਂ ਦੀ ਟ੍ਰੇਨਿੰਗ ਹੈ ਤਾਂ ਫਿਰ ਪਾਠ ਦੀ ਟ੍ਰੇਨਿੰਗ ਕਿਉਂ ਨਹੀਂ? ਜੇ ਟ੍ਰੇਨਿੰਗ ਹੋਏਗੀ, ਜੇ ਸੰਥਾ ਹੋਏਗੀ ਤਾਂ ਫਿਰ ਪਾਠ ਸ਼ੁੱਧ ਹੋਏਗਾ, ਯਾਨੀ ਕਿ ਗ੍ਰਾਮਰ ਦੇ ਨਾਲ ਹੋਏਗਾ। ਤੇ ਜੇ ਗ੍ਰਾਮਰ ਦੇ ਨਾਲ ਪਾਠ ਹੋਏਗਾ 100% ਤਾਂ ਮੈਂ ਵੀ ਸਹੀ ਨਹੀਂ ਹੈਗਾ। ਅਸੀਂ ਗੁਰੂ ਸਾਹਿਬ ਜਿੰਨਾ ਜਾਂ ਭਗਤਾਂ ਜਿੰਨਾ ਸ਼ੁੱਧ ਨਹੀਂ ਪੜ ਸਕਦੇ, ਪਰ ਕੁਛ ਨਾ ਕੁਛ ਤਾਂ 50% ਤੋਂ ਉੱਪਰ ਤਾਂ ਨੰਬਰ ਹੋਣੇ ਬਣਦੇ ਆ ਨਾ ਪਾਸ ਹੋਣ ਵਾਸਤੇ। ਖੈਰ, ਕਬੀਰ ਸਾਹਿਬ ਜੀ ਡਿਸਕਸ਼ਨ ਵਿੱਚ, ਵਾਦ ਵਿਵਾਦ ਵਿੱਚ, ਬਹਿਸ ਵਿੱਚ ਬਹੁਤ ਜ਼ਿਆਦਾ ਹਿੱਸਾ ਲਿਆ ਕਰਦੇ ਸੀ। ਇਸ ਵਾਸਤੇ ਉਹ ਗਿਆਨੀ ਵੀ ਬਣੇ ਔਰ ਅਖੀਰ ਵਿੱਚ ਜਾ ਕੇ ਫਿਰ ਉਹ ਤਤ ਗਿਆਨੀ ਬਣੇ ਔਰ ਉਸ ਤੋਂ ਬਾਅਦ ਫਿਰ ਉਹ ਬ੍ਰਹਮ ਗਿਆਨੀ ਵੀ ਬਣੇ। ਸੋ ਵਿਚਾਰ ਦੇ ਵਿੱਚ ਆਪ ਜੀ ਬਹੁਤ ਅੱਗੇ ਸਨ। ਅੱਗੇ ਚੱਲੀਏ, ਕਬੀਰ ਸਾਹਿਬ ਦੇ ਬਾਰੇ ਚ ਹੋਰ ਅਸੀਂ ਕੀ ਕਹਿ ਸਕਦੇ ਹਾਂ? ਇਹ ਕਹਿ ਸਕਦੇ ਹਾਂ ਕਿ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਕੁਝ ਐਸੀਆਂ ਰਵਾਇਤਾਂ ਦਾ, ਭੈਣ ਜੀ ਨੇ ਇਸ਼ਾਰਾ ਕੀਤਾ ਸੀ ਕਿ ਲੋਕ ਕਹਿੰਦੇ ਸੀ ਜਿਹੜੇ ਲੋਕ ਮਗਹਰ ਵਿੱਚ ਮਰਦੇ ਆ, ਉਸ ਇਲਾਕੇ ਵਿੱਚ ਮਰਦੇ ਆ, ਉਹਨਾਂ ਦੀ ਗਤੀ ਨਹੀਂ ਹੁੰਦੀ। ਲੇਕਿਨ ਭਗਤ ਕਬੀਰ ਜੀ ਆਪਣਾ ਟਿਕਾਣਾ ਛੱਡ ਕੇ ਉੱਥੇ ਜਾ ਕੇ ਰਹਿਣ ਲੱਗ ਪਏ ਔਰ ਉੱਥੇ ਉਹਨਾਂ ਦਾ ਇੰਤਕਾਲ ਹੋਇਆ। ਉੱਥੇ ਉਹਨਾਂ ਦੀ ਅਖੀਰ ਹੋਈ, ਪਰਲੋਕ ਗਮਨ ਕੀਤਾ। ਸਿਰਫ ਇਸ ਝੂਠੀ ਪਰੰਪਰਾ ਨੂੰ ਤੋੜਨ ਵਾਸਤੇ ਉਹਨਾਂ ਨੇ ਉੱਥੇ ਜਾ ਕੇ ਆਪਣਾ ਟਿਕਾਣਾ ਕੀਤਾ। ਭਗਤ ਕਬੀਰ ਬੜਾ ਮਸ਼ਹੂਰ, ਰਾਮਾਨੰਦ ਜੀ ਦਾ ਸੇਵਕ ਕਬੀਰ, ਤੀਖਣ ਬੁੱਧੀ ਤਤ ਗਿਆਨੀ, 120 ਉਮਰ ਸ਼ਰੀਰ, ਸਿਕੰਦਰ ਲੋਧੀ ਦੇ ਰਾਜ ਸਮੇਂ, ਨਹੀਂ ਸੰਕਟ ਵਿੱਚ ਦਿਲਗੀਰ, ਅਣਮੁੱਲੀ ਬਾਣੀ ਬਖਸ਼ੀ ਜ਼ਖਮੀ, ਧਰਮੀ ਲੋਕਾਂ ਲਈ ਜਾਗੀਰ। ਭੈਣ ਜੀ ਕਹਿ ਰਹੇ ਸੀਗੇ ਕਿ ਬਾਦਸ਼ਾਹ ਸਿਕੰਦਰ ਲੋਧੀ ਨੇ ਕਬੀਰ ਸਾਹਿਬ ਨੂੰ ਬਹੁਤ ਤਕਲੀਫਾਂ ਦਿੱਤੀਆਂ। ਹਾਂ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਾਬਰ ਨੇ ਦੁੱਖ ਦਿੱਤੇ ਸੀ, ਕੈਦ ਕੀਤਾ ਸੀ, ਚੱਕੀ ਪੀਸਣ ਵਾਸਤੇ ਕਿਹਾ ਸੀ, ਪਰ ਜਦ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਦੇਖੀ ਤਾਂ ਪੈਰਾਂ ਤੇ ਪੈ ਗਿਆ। ਇਸੇ ਤਰ੍ਹਾਂ ਕਬੀਰ ਸਾਹਿਬ ਦੇ ਨਾਲ ਵੀ ਵਧੀਕੀਆਂ ਹੋਈਆਂ, ਜ਼ਿਆਦਤੀਆਂ ਹੋਈਆਂ, ਪਰ ਕਬੀਰ ਸਾਹਿਬ ਦੀ ਅਜ਼ਮਤ ਦੇਖ ਕੇ ਬਾਦਸ਼ਾਹ ਸਿਕੰਦਰ ਲੋਧੀ ਉਹਨਾਂ ਦੇ ਪੈਰਾਂ ਤੇ ਪੈ ਗਿਆ। ਕਬੀਰ ਜੀ ਦੀ ਬੇਮਿਸਾਲ ਹਿੰਮਤ, ਉਹਨਾਂ ਦੀ ਲਾਜਵਾਬ ਵਿਲ ਪਾਵਰ, ਤੇ ਜਾਂ ਫਿਰ ਇਉਂ ਕਹੀਏ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ, ਇਉਂ ਕਹੀਏ ਕਿ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਸਿਆਣੇ ਕਹਿੰਦੇ ਹਨ ਕਿ ਜਿੱਤ ਅਖੀਰ ਵਿੱਚ ਸੱਚ ਦੀ ਹੁੰਦੀ ਆ। ਭਗਤ ਕਬੀਰ ਜੀ ਨੇ ਇਹਨਾਂ ਗੱਲਾਂ ਦਾ ਆਪ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੈ। ਮੈਂ ਇੱਕ ਦੋ ਲਾਈਨਾਂ ਕਹਿ ਦਿੰਦਾ ਹਾਂ। ਕਹਿੰਦੇ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਬਾਹਾਂ ਮੇਰੀਆਂ ਬੰਨ ਦਿੱਤੀਆਂ। ਭਿਲਾ ਕਹਿੰਦੇ ਆ ਗੰਢ ਨੂੰ, ਤੇ ਜਾਂ ਫਿਰ ਪੰਜਾਬੀ ਚ ਕਹੀਏ ਪੰਡ ਨੂੰ। ਕਹਿੰਦੇ ਮੈਨੂੰ ਗੰਢ ਬਣਾ ਕੇ ਤਾਂ ਹਾਥੀ ਦੇ ਮੋਹਰੇ ਸਿੱਟ ਦਿੱਤਾ ਕਿ ਹਾਥੀ ਮੈਨੂੰ ਮਾਰ ਦੇਵੇ, ਕੁਚਲ ਦੇਵੇ, ਪਰ ਕੁਝ ਵੀ ਨਹੀਂ ਹੋਇਆ, ਕਿਉਂਕਿ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ। ਇਹ ਇਮਤਿਹਾਨ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਹੁਤ ਵਾਰੀ ਹੋਏ। ਔਰ ਮਜ਼ੇ ਦੀ ਗੱਲ ਇਹ ਹੈ ਕਿ ਸਾਰੇ ਇਮਤਿਹਾਨਾਂ ਵਿੱਚੋਂ ਕਬੀਰ ਸਾਹਿਬ ਜੀ ਪਾਸ ਹੋਏ। ਉਹਨਾਂ ਦੀ ਜ਼ਿੰਦਗੀ ਬਹੁਤ ਦਾ ਸਵਾਲ ਸੀ, ਪਰ ਉਹ ਡੋਲੇ ਨਹੀਂ। ਉਹ ਡੋਲੇ ਨਹੀਂ। जिंदा रहना है, इलामा इकबाल कहता है, जिंदा रहना है तो हालात से डरना कैसा इकबाल, जंग लाजिम हो तो लश्कर नहीं देखे जाते। चमकौर दी गड़ी वाल देख लईए। ਇਹ ਨਹੀਂ ਦੇਖਣਾ ਇਹ ਹੈ ਕਿ ਜਬ ਆਵ ਕੀ ਔਦ ਨਿਧਾਨ ਬਣੇ, ਅਤ ਹੀਰਾ ਨਮੈ ਤਬ ਜੂਝ ਮਰੋ। ਦੁਸ਼ਮਣ ਦੇ ਸਾਹਮਣੇ ਹਿੱਕ ਡਾ ਕੇ ਖੜੇ ਹੋਣਾ ਹੈ ਤਾਂ ਜਿੱਤ ਤਾਂ ਫਿਰ ਤੁਹਾਡੀ ਹੋਣੀ। मर्द जो कामल होते हैं उनकी हर बात निराली होती है, हर रोज दोशहरा है उनका, हर रात दिवाली होती है। या फिर यूं कह लीजिए, फानूस बन के जिसकी हिफाजत हवा करे, वो शमा कैसे बुझे जिसे रोशन खुदा करे। कबीर साहब दे बचन बेअंत ਹਨ।
ਕਬੀਰ ਏਕ ਘੜੀ ਆਦਿ ਘਰੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀ ਨੇ ਸੋ ਲਾਭ। ਕਹਿੰਦੇ ਪਰਮਾਤਮਾ ਦੇ ਨਾਮ ਵਾਸਤੇ ਸੱਜਣਾ 24 ਘੰਟਿਆਂ ਵਿੱਚੋਂ ਇੱਕ ਘੜੀ ਕੱਢ ਲਿਆ ਕਰ। ਮੈਨੂੰ ਕਾਫੀ ਦੇਰ ਬਾਅਦ ਪਤਾ ਲੱਗਾ ਕਿ ਇਹ ਜਿਹੜੀ ਇੱਕ ਘੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਆ, ਮੈਂ ਪਤਾ ਕੀਤਾ ਕਿ ਅੱਜ ਦਾ ਟਾਈਮ ਕਿੰਨਾ ਬਣਦਾ। ਆ ਜਿਹੜੀਆਂ ਹੁਣ ਅਸੀਂ ਘੜੀਆਂ ਹੱਥਾਂ ਤੇ ਬੰਨੀ ਫਿਰਦੇ ਆ, ਕਲੌਕ ਦੇਖਦੇ ਆ, ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਘੜੀ ਆ, ਇਹ ਸਾਡੀ ਘੜੀ ਨਾਲ ਇਹਦਾ ਕੀ ਮੇਲ ਹੈਗਾ, ਪੈਰਲਲ ਕਿੱਦਾਂ ਕਰ ਸਕਦੇ ਆ। ਤਾਂ ਫਿਰ ਮੈਨੂੰ ਦੱਸਿਆ ਗਿਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘੜੀ ਦੀ ਗੱਲ ਕਬੀਰ ਸਾਹਿਬ ਕਰਦੇ ਆ, ਇਹ ਅੱਜ ਦੀ ਘੜੀ ਦੇ 24 ਮਿੰਟਾਂ ਦੀ ਇੱਕ ਘੜੀ ਆ। ਹੁਣ ਦੇ 24 ਮਿੰਟ, ਉਸ ਟਾਈਮ ਦੀ ਇੱਕ ਘੜੀ। ਕਬੀਰ ਏਕ ਘੜੀ ਆਦਿ ਘਰੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਕਹਿੰਦੇ ਭਗਤਾਂ ਦੀ ਸੰਗਤ ਦੀ ਕੰਪਨੀ ਕਰ ਤਾਂ ਕਿ ਤੈਨੂੰ ਕੋਈ ਫਾਇਦਾ ਹੋਵੇ। ਸਮਾਂ ਤਕਰੀਬਨ ਨੇੜੇ ਹੋ ਗਿਆ ਜੀ, 2 ਮਿੰਟ ਹੋ ਰਿਹਾ। ਚਲੋ ਮੈਂ ਇੱਕ ਦੋ ਹੋਰ ਛੋਟੀ ਛੋਟੀ ਗੱਲਾਂ ਕਰ ਲੈਂਦਾ। ਭਗਤ ਮਾਲ ਦੇ ਵਿੱਚ ਭਗਤ ਕਬੀਰ ਜੀ ਨੇ ਜੋ ਭੈਣ ਜੀ ਦੱਸ ਰਹੇ ਸੀ, ਉਹਨਾਂ ਦੇ ਗੁਰੂ ਹੋਣ ਦੀ ਕਹਾਣੀ, ਉਹ ਬੜੀ ਕਮਾਲ ਦੀ ਕਹਾਣੀ। ਲੋਕ ਕਹਿੰਦੇ ਸੀ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ, ਤੇ ਜਾਂ ਫਿਰ ਰਾਹ ਮੁਰਸ਼ਦਾਬਾਦ ਨਾ ਹੱਥ ਆਉਂਦੇ ਤੇ ਦੁੱਧ ਬਿਨਾਂ ਨਾ ਰਿੱਝਦੀ ਖੀਰ ਮੀਆਂ। ਹੋਇਆ ਇਉਂ ਕਿ ਜਦੋਂ ਕਬੀਰ ਜੀ ਨੂੰ ਗੁਰੂ ਧਾਰਨ ਕਰਨ ਦੀ ਚੇਟਕ ਲੱਗਣ ਲੱਗੀ ਤਾਂ ਜਾਤ ਪਾਤ ਦਾ ਵਿਤਕਰਾ, ਡਿਸਕ੍ਰਿਮੀਨੇਸ਼ਨ ਸਿਖਰਾਂ ਤੇ ਸੀਗਾ। ਕੋਈ ਬ੍ਰਾਹਮਣ ਟੀਚਰ ਲੜ ਪੱਲਾ ਹੀ ਨਾ ਫੜਾਵੇ, ਕਿਉਂਕਿ ਸਮੇਂ ਦੇ ਸਮਾਜ ਵਿੱਚ ਉਸ ਵੇਲੇ ਸਿਰਫ ਬ੍ਰਾਹਮਣ ਵਿਦਿਆ ਪੜ੍ਹਾ ਸਕਦੇ ਸੀ। ਤਾਂ ਫਿਰ ਕਦੇ ਕਦੇ ਦੇਖ ਕੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਮਹਾਨ ਇਨਕਲਾਬੀ ਲੀਡਰ ਡਾਕਟਰ ਭੀਮ ਰਾਓ ਅੰਬੇਡਕਰ ਦੇ ਸਕੂਲ ਦੇ ਵਿੱਚ ਉਹਦੇ ਸਕੂਲ ਟੀਚਰ ਉਹਦੀ ਐਕਸਰਸਾਈਜ਼ ਬੁੱਕ ਨੂੰ ਹੱਥ ਨਹੀਂ ਸੀ ਲਾਉਂਦੇ, ਦੂਰੋਂ ਦੇਖਦੇ ਸੀ। ਡਾਕਟਰ ਭੀਮ ਰਾਓ ਤੇ ਮੈਂ ਪੂਰੀ ਕਿਤਾਬ ਲਿਖੀ ਹੈ ਜੋ ਪਬਲਿਸ਼ ਹੋ ਚੁੱਕੀ ਹੈ, ਔਰ ਮੈਂ ਹੈਰਾਨ ਹੋ ਗਿਆ ਕਿ ਸਕੂਲ ਟੀਚਰ ਵੀ ਇਹੋ ਜਿਹਾ ਵਿਹਾਰ ਕਰਦੇ ਸੀ, ਉਸ ਨੂੰ ਨੀਵਾਂ ਕਹਿ ਕੇ ਦੁਰਕਾਰਦੇ ਸੀ, ਔਰ ਅਖੀਰ ਵਿੱਚ ਉਹ ਬੰਦਾ ਟੱਕਰ ਲੈ ਕੇ ਤਾਂ ਫਿਰ ਅੱਜ ਕਿੱਥੇ ਪਹੁੰਚਾ, ਜਿਹਨੇ ਇੰਡੀਆ ਦਾ ਸੰਵਿਧਾਨ ਲਿਖ ਦਿੱਤਾ। ਖੈਰ, ਕਬੀਰ ਸਾਹਿਬ ਨੇ ਟੀਚਰ ਬਣਾਉਣਾ ਸੀ ਕੋਈ, ਤਾਂ ਭੈਣ ਜੀ ਨੇ ਗੱਲ ਦੱਸ ਦਿੱਤੀ ਹੈ, ਪਰ ਮੈਨੂੰ ਉਹ ਗੱਲ ਕਹਿਣ ਵਿੱਚ ਥੋੜਾ ਜਿਹਾ ਹੋਰ ਮਜ਼ਾ ਆ ਰਿਹਾ ਹੈ ਕਿ ਉਹਨੇ ਦੇਖਿਆ ਕਿ ਸਿਰ ਦੀ ਉਂਗਲੀ ਦੇ ਨਾਲ ਘੇ ਨਹੀਂ ਨਿਕਲਿਆ, ਤਾਂ ਫਿਰ ਕਬੀਰ ਸਾਹਿਬ ਦਿਮਾਗੋਂ ਬਹੁਤ ਤੇਜ਼ ਸੀਗੇ। ਉਹਨੇ ਕਿਹਾ ਵੀ ਹੁਣ ਜਾਂ ਤਾਂ ਉਂਗਲੀ ਟੇਢੀ ਕਰਨੀ ਪੈਣੀ ਹੈ ਤੇ ਜਾਂ ਫਿਰ ਡੱਬਾ ਹੀ ਟੇਢਾ ਕਰਨਾ ਪੈਣਾ। ਉਹਨੇ ਡੱਬਾ ਹੀ ਟੇਢਾ ਕਰ ਲਿਆ। ਕੀ ਕੀਤਾ, ਜਿਸ ਰਸਤੇ ਸੰਤ ਰਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ ਸੀ ਨਾ ਗੰਗਾ ਨੂੰ, ਭਾਈ ਗੁਰਦਾਸ ਜੀ ਨੇ ਇਸ਼ਾਰਾ ਕੀਤਾ, ਭੈਣ ਜੀ ਨੇ ਉਹ ਲਾਈਨਾਂ ਬੋਲ ਦਿੱਤੀਆਂ, ਮੈਂ ਸਿਰਫ ਵਾਰਤਕ ਵਿੱਚ ਉਹ ਗੱਲ ਦਾ ਆਨੰਦ ਲੈ ਰਿਹਾ ਹਾਂ। ਰਸਤੇ ਵਿੱਚ ਜਾ ਕੇ ਹੌਲੀ ਜਿਹੀ ਲੰਮੇ ਪੈ ਗਿਆ ਜਿੱਦਾਂ ਕੋਈ ਕੂਕ ਸੁੱਤਾ ਹੁੰਦਾ। ਜਦੋਂ ਸੰਤ ਰਾਮਾਨੰਦ ਦਾ ਰਸਤੇ ਚ ਲੰਘਦਿਆ ਠੇਡਾ ਤਾਂ ਲੱਗਣਾ ਹੀ ਸੀਗਾ। ਜਦੋਂ ਠੋਕਰ ਲੱਗੀ ਤਾਂ ਉਹਨਾਂ ਨੇ ਕਿਹਾ ਵੀ ਹੈ ਰਸਤੇ ਵਿੱਚ ਕੌਣ ਪਿਆ। ਕਹਿੰਦੇ ਹਰਾਮ ਕੇ ਉਠ ਰਾਮ ਕਹੋ, ਤੇ ਬਸ ਕਬੀਰ ਜੀ ਨੇ ਉਹੋ ਹੀ ਫੜ ਲਿਆ, ਨਾਮ ਫੜ ਲਿਆ। ਕਿਉਂਕਿ ਜਦੋਂ ਬੰਦੇ ਨੂੰ ਲੋੜ ਹੋਵੇ ਨਾ, ਉਹ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਹੈ। ਗੋਰੇ ਕਹਿੰਦੇ ਆ ਕਿ ਨੈਸੈਸਿਟੀ ਇਜ਼ ਦੀ ਮਦਰ ਆਫ ਇਨਵੈਂਸ਼ਨ। ਉਹ ਪ੍ਰਾਇਮਰੀ ਸਕੂਲ ਵਿੱਚ ਆਪਾਂ ਇੱਕ ਕਹਾਣੀ ਪੜ੍ਹੀ ਸੀ ਨਾ, ਪਿਆਸਾ ਕਾਂ ਵਾਲੀ, ਕਿਵੇਂ ਉਹ ਪਾਣੀ ਤੱਕ ਪਹੁੰਚਣ ਦੇ ਵਾਸਤੇ ਕੋਈ ਨਾ ਕੋਈ ਸਕੀਮ ਬਣਾ ਹੀ ਲੈਂਦਾ। ਔਰ ਮੈਨੂੰ ਕਬੀਰ ਜੀ ਦੀ ਇਹ ਸਕੀਮ ਬਹੁਤ ਸੋਹਣੀ ਲੱਗੀ ਆ। ਇਹ ਹਾਸੇ ਵਾਲੀ ਆ, ਔਰ ਸੀਰੀਅਸਲੀ ਇਹ ਹੈ ਵੀ ਸਹੀ ਕਿ ਜਦੋਂ ਸਿੱਧੀ ਉਂਗਲੀ ਦੇ ਨਾਲ ਘੇ ਨਹੀਂ ਨਿਕਲਿਆ ਤਾਂ ਫਿਰ ਕਬੀਰ ਸਾਹਿਬ ਨੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਤਾਂ ਕੋਈ ਚੁਗਲਬਾਜ਼ ਬੰਦਾ ਸੀ, ਉਹਨੇ ਦੇਖਿਆ ਕਬੀਰ ਤਾਂ ਹੁਣ ਰਾਮ ਦੇ ਨਾਲ ਜੁੜਿਆ ਰਹਿੰਦਾ, ਇਹਦੀ ਸਾਰੇ ਪਾਸੇ ਚਰਚਾ ਆ, ਤਾਂ ਆ ਕੇ ਕਹਿੰਦਾ, ਕਬੀਰ ਜੀ ਸਾਰੇ ਸ਼ਹਿਰ ਵਿੱਚ ਧੰਨ ਧੰਨ ਹੋਈ ਪਈ ਆ, ਤੁਸੀਂ ਗੁਰੂ ਕਿਹੜਾ ਧਾਰਨ ਕੀਤਾ, ਤੁਹਾਡਾ ਤਾਂ ਗੁਰੂ ਹੀ ਕੋਈ ਨਹੀਂ। ਉਹ ਕਹਿਣ ਲੱਗੇ, ਜੀ ਮੇਰਾ ਗੁਰੂ ਸੰਤ ਰਾਮਾਨੰਦ। ਉਹ ਚੁਗਲਬਾਜ਼ ਸੀਗਾ, ਸਾਰੇ ਜਹਾਨ ਦਾ ਚੁਗਲਖੋਰ ਸੀਗਾ। ਉਹਨੇ ਉਧਰ ਜਾ ਕੇ ਚੁਆਂਤੀ ਲਾਤੀ, ਜਾ ਕੇ ਕਹਿਣ ਲੱਗਾ, ਮਹਾਰਾਜ ਕਬੀਰ ਸਾਹਿਬ ਕਹਿੰਦੇ ਕਿ ਤੁਸੀਂ ਉਹਦੇ ਗੁਰੂ ਹੋ। ਸੰਤ ਰਾਮਾਨੰਦ ਜੀ ਨੇ ਬੁਲਵਾਇਆ, ਕਹਿਣ ਲੱਗੇ ਕਬੀਰ ਨੂੰ ਬੁਲਾਓ। ਜਦੋਂ ਕਬੀਰ ਜੀ ਆਏ, ਆ ਕੇ ਡੰਡੌਤ ਕੀਤੀ, ਡੰਡੇ ਵਾਂਗੂ ਲੰਮੇ ਪੈ ਕੇ ਉਹਨਾਂ ਦੇ ਪੈਰਾਂ ਤੇ ਉਹਨਾਂ ਨੇ ਨਮਸਕਾਰ ਕੀਤੀ। ਜਦੋਂ ਕਬੀਰ ਜੀ ਨੇ ਹਾਜ਼ਰੀ ਦਿੱਤੀ
ਸੰਤ ਰਾਮਾਨੰਦ ਕਹਿੰਦੇ ਭਈ ਲੋਕ ਕਹਿੰਦੇ ਆ ਤੂੰ ਸਾਡਾ ਸ਼ਾਗਿਰਦ ਹੈ, ਤੂੰ ਸਾਨੂੰ ਗੁਰੂ ਧਾਰਨ ਕੀਤਾ, ਤੂੰ ਕਦੋਂ ਨਾਮ ਲਿਆ, ਤੂੰ ਕਦੋਂ ਦੀਖਿਆ ਲਈ ਆ? ਤਾਂ ਫਿਰ ਉਹਨੇ ਰਾਤ ਦੀ ਕਹਾਣੀ ਦੱਸੀ। ਕਹਿਣ ਲੱਗੇ ਮਹਾਰਾਜ ਰਾਤੀ ਜਦੋਂ ਠੇਡਾ ਲੱਗਾ ਸੀ ਤੁਸੀਂ ਬਚਨ ਕੀਤਾ ਸੀ ਉੱਠ ਰਾਮ ਕੇ ਰਾਮ ਕਹੋ, ਉਹ ਮੈਂ ਹੀ ਸੀਗਾ ਜਿਹਨੇ ਤੁਹਾਡੇ ਕਦਮਾਂ ਤੇ ਸਿਰ ਰੱਖਿਆ ਸੀ ਔਰ ਤੁਸੀਂ ਅਸ਼ੀਰਵਾਦ ਦਿੱਤੀ ਸੀਗੀ ਜਿਉਂਦੇ ਵਸਦੇ ਰਹੋ, ਉਹ ਮੈਂ ਹੀ ਸੀਗਾ। ਤੇ ਕਬੀਰ ਸਾਹਿਬ ਨੇ ਹੱਥ ਜੋੜ ਕੇ ਕਿਹਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਮਹਾਰਾਜ ਅਖੌਤੀ ਨੀਵੀਂ ਜ਼ਾਤ ਦਾ ਹੋਣ ਕਰਕੇ ਮੈਨੂੰ ਇਹ ਰਸਤਾ ਅਖਤਿਆਰ ਕਰਨਾ ਪਿਆ। ਜਦੋਂ ਇੰਨੀ ਗੱਲ ਕਹੀ ਤਾਂ ਸੰਤ ਰਾਮਾਨੰਦ ਜੀ ਆਪਣੀ ਸੀਟ ਤੋਂ ਆਪਣੇ ਸਿੰਘਾਸਣ ਤੋਂ ਉੱਠੇ ਤੇ ਜਾ ਕੇ ਕਬੀਰ ਸਾਹਿਬ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਛਾਤੀ ਨਾਲ ਆਪਣੇ ਸੀਨੇ ਨਾਲ ਲਾ ਲਿਆ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਇੰਨਾ ਉੱਚਾ ਚੁੱਕਦੇ ਹੋ, ਗੱਲ ਉੱਥੇ ਆ ਗਈ ਜਿੱਥੋਂ ਸ਼ੁਰੂ ਹੋਈ ਸੀ, खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है। कहने वास्ते तो बहुत कुछ है, लेकिन घड़ी ने इशारा कर दिता है कि साडा समा हो गया है। सो इत्थे ही मैं प्रोग्राम की समाप्ति करदा हाँ। धन्नवाद करदा हाँ सारे दर्शकों का, धन्नवाद करदा हाँ बीबी सुरिंदर कौर सिगिल होरां दा जो हर हफ्ते तैयारी करके इतना दिलचस्प प्रोग्राम पेश करते हैं। होइयां भुलां दी खिमा बख्शिश करनी जी। तुसीं भी अपनी राय सानू दे सकते हो यूट्यूब ते जाके, ते जां फिर ईमेल करो barinder_7 @hotmail.co.uk। तुहाडीआं रावां तुहाडीआं ओपीनियंस से असीं हमेशा मुंतज़िर रहिंदे हां, इंतज़ार करते हाँ। होइयां भुलां दी माफ़ी दे नाल धन्नवाद करदा चला अपने सुणवीर टैक्नीकल टीम वालों, बहुत ही प्यारे इंसान श्री कुमार कार्तिक साहिब दा। आओ जी फतेह बुलाइए। होपफुली अगले हफ्ते फ्राइडे मुलाकात होएगी। वाहिगुरु जी का खालसा, वाहिगुरु जी की फतेह।